ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੇ ਵਿੱਚ ਅੱਜ ਆਪਾਂ 25 ਸਤੰਬਰ ਦੇ ਇੰਪੋਰਟੈਂਟ ਕਰੰਟ ਅਫੇਅਰਸ ਬਾਰੇ ਗੱਲ ਕਰਨੀ ਹੈ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਤੁਸੀਂ ਅਗਸਤ ਤੇ ਸਤੰਬਰ ਮੰਥ ਦੀਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਹੋਣ। ਵੀਕਲੀ ਜੋ ਵੀਡੀਓਜ਼ ਹੁੰਦੀਆਂ ਨੇ MCQ ਦੀ ਉਹ ਜ਼ਰੂਰ ਅਟੈਂਪਟ ਕਰਿਆ ਕਰੋ, ਉਹਦੇ ਨਾਲ ਤੁਹਾਡਾ ਸੈਲਫ ਐਨਾਲਿਸਿਸ ਬਹੁਤ ਬੈਟਰ ਵੇ ਨਾਲ ਹੋ ਜਾਂਦਾ, ਠੀਕ ਹੈ। ਅਤੇ ਨਾਲੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਕੁ ਸਟੈਂਡ ਕਰਦੇ ਹੋ, ਤਾਂ ਕਿ ਤੁਸੀਂ ਆਪਣੀ ਜਿਹੜੀ ਫਰਦਰ ਪ੍ਰੈਪਰੇਸ਼ਨ ਹੈ ਉਹ ਬੈਟਰ ਵੇ ਨਾਲ ਕਰ ਸਕੋ, ਠੀਕ ਹੈ ਜੀ। ਤਾਂ ਉਹਨਾਂ ਸਾਰੀਆਂ ਵੀਡੀਓਜ਼ ਨੂੰ ਜ਼ਰੂਰ ਵਿਜ਼ਿਟ ਕਰ ਲਿਆ ਕਰੋ ਅਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ, ਤਾਂ ਕਿ ਜਿਵੇਂ ਤੁਹਾਨੂੰ ਬੈਨੀਫਿਟ ਹੋ ਰਿਹਾ ਅਤੇ ਹੋਰਾਂ ਨੂੰ ਵੀ ਹੋ ਸਕੇ। ਵਿਦਾਊਟ ਵੇਸਟਿੰਗ ਐਨੀ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਇਸ ਦੀ ਵੀਡੀਓ। ਹਾਂਜੀ, ਫਸਟ ਜੋ ਨਿਊਜ਼ ਹੈ ਆਪਣੀ ਇੰਪੋਰਟੈਂਟ ਡੇਜ਼ ਤੋਂ ਹੈ। ਇੰਪੋਰਟੈਂਟ ਡੇਜ਼ ਤੋਂ ਆਪਣੀ ਨਿਊਜ਼ ਹੈ 23 ਸੈਪਟੰਬਰ। 23 ਸੈਪਟੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਦੈਟ ਇਜ਼ ਇੰਟਰਨੈਸ਼ਨਲ ਸਾਈਨ ਲੈਂਗੁਏਜ ਡੇ। ਇੰਟਰਨੈਸ਼ਨਲ ਲੈਵਲ 'ਤੇ ਸਾਈਨ ਲੈਂਗੁਏਜ ਡੇ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ। ਦੇਖੋ ਜਿੱਦਾਂ ਇਹ ਸਾਈਨਸ ਨਾਲ ਕੋਈ ਗੱਲ ਸਮਝਾਈ ਜਾਂਦੀ ਹੈ ਨਾ, ਉਸ ਤਰੀਕੇ ਦਾ ਜਿਹੜਾ ਡੇ ਹੈਗਾ ਉਹਦੀ ਮਹੱਤਤਾ ਇੰਟਰਨੈਸ਼ਨਲ ਲੈਵਲ 'ਤੇ ਫੈਲਾਉਣ ਦੇ ਲਈ, ਅਵੇਅਰ ਕਰਨ ਦੇ ਲਈ ਲੋਕਾਂ ਨੂੰ ਜਿਹੜਾ ਡੇ ਹੈਗਾ ਸੈਲੀਬ੍ਰੇਟ ਕੀਤਾ ਜਾਂਦਾ। ਕਲੀਅਰ ਹੈ, ਤੈਨੂੰ ਯਾਦ ਰੱਖਣਾ ਤੁਸੀਂ। ਅੱਛਾ, ਇਹਦਾ ਥੀਮ ਵੀ ਹੈ, ਇਸ ਵਾਰ ਦਾ ਥੀਮ ਤੁਹਾਨੂੰ ਪਤਾ ਹੋਣਾ ਚਾਹੀਦਾ। ਸਾਈਨ ਲੈਂਗੁਏਜਸ ਆਰ ਫॉर एवरीवन। ਕੀ ਹੈ? ਸਾਈਨ ਲੈਂਗੁਏਜਸ ਆਰ ਫॉर एवरीवन, ਠੀਕ ਹੈ। ਇਹ ਤੁਸੀਂ ਯਾਦ ਰੱਖਣਾ 23 ਸੈਪਟੰਬਰ ਦਾ ਜਿਹੜਾ ਇਹ ਡੇ ਹੈ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਜ਼ ਦੀ। ਦੇਖੋ ਇੰਪੋਰਟੈਂਟ ਡੇ ਆਇਆ ਤਾਂ ਆਪਾਂ ਸਾਰੇ ਦੇ ਸਾਰੇ ਇੰਪੋਰਟੈਂਟ ਡੇਜ਼ ਰਿਵਾਈਜ਼ ਕਰ ਲੈਂਦੇ ਹਾਂ। 1 ਤੋਂ ਲੈ ਕੇ ਤੁਹਾਡੇ 15 ਤੱਕ ਦੇ ਕਾਫੀ ਵਾਰ ਜਿਹੜੇ ਡੇਜ਼ ਨੇ ਰਿਵਾਈਜ਼ ਹੋ ਚੁੱਕੇ ਨੇ, ਤਾਂ ਮੈਂ ਤੁਹਾਨੂੰ 15 ਤੋਂ ਬਾਅਦ ਵਾਲੇ ਮਤਲਬ 16 ਤੋਂ ਰਿਵਾਈਜ਼ ਕਰਵਾ ਰਹੀ ਹਾਂ, ਠੀਕ ਹੈ, ਕਿਉਂਕਿ ਉਹ ਤੁਹਾਡੇ ਕਾਫੀ ਵਾਰੀ ਆਲਰੇਡੀ ਹੋ ਚੁੱਕੇ ਹੈ। 16 ਸਤੰਬਰ ਨੂੰ ਜਿਹੜਾ ਮਨਾਇਆ ਜਾਂਦਾ ਓਜ਼ੋਨ ਡੇ। ਓਜ਼ੋਨ ਡੇ, ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੈ, ਹੈ ਨਾ। 17 ਸੈਪਟੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਪੇਸ਼ੈਂਟ ਸੇਫਟੀ ਡੇ। ਵਰਲਡ ਪੇਸ਼ੈਂਟ ਸੇਫਟੀ ਡੇ, ਤਾਂ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਅੱਛਾ, 18 ਸੈਪਟੰਬਰ ਤੋਂ 3 ਡੇਜ਼ ਤੁਹਾਨੂੰ ਮੈਂ ਯਾਦ ਕਰਵਾਏ ਸੀ, ਉਹ ਜਿਵੇਂ ਹੀ ਮੈਂ ਯਾਦ ਕਰਵਾਏ ਸੀ ਉਵੇਂ ਹੀ ਤੁਸੀਂ ਯਾਦ ਰੱਖਣੇ ਨੇ। ਕਿਹੜੇ ਕਿਹੜੇ 3 ਡੇ ਕਰਵਾਏ ਸੀ? ਮੈਂ ਤੁਹਾਨੂੰ ਕਿਹਾ ਸੀ ਬੈਂਬੋ ਨੂੰ ਇਕੁਅਲੀ ਹੈ ਜਿਹੜਾ ਵਾਟਰ ਦੇਣਾ, ਹੈ ਨਾ। ਤਾਂ ਮਤਲਬ ਕਿ ਵਰਲਡ ਬੈਂਬੋ ਡੇ, ਹੈ ਨਾ, ਵਾਟਰ ਮੋਨੀਟਰਿੰਗ ਡੇ, ਵਰਲਡ ਵਾਟਰ ਮੋਨੀਟਰਿੰਗ ਡੇ ਅਤੇ ਇਕੁਅਲ ਪੇ ਡੇ। ਇਹ ਤਿੰਨੋਂ ਦੇ ਤਿੰਨੋਂ ਜਿਹੜੇ ਡੇਜ਼ ਨੇ ਕਦੋਂ ਮਨਾਏ ਜਾਂਦੇ ਨੇ? 18 ਸੈਪਟੰਬਰ ਨੂੰ। ਤਾਂ ਇਹਨੂੰ ਵੀ ਤੁਸੀਂ ਯਾਦ ਰੱਖਣਾ। ਅੱਛਾ ਜੀ, 19 ਸੈਪਟੰਬਰ ਦੀ ਗੱਲ ਕਰ ਲੈਂਦੇ ਹਾਂ। 19 ਸੈਪਟੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਕੋਸਟਲ ਕਲੀਨਅਪ ਡੇ। ਇੰਟਰਨੈਸ਼ਨਲ ਕੋਸਟਲ ਕਲੀਨਅਪ ਡੇ, ਠੀਕ ਹੈ। ਮੇਰਾ ਦੇਖੋ ਰਿਵੀਜ਼ਨ ਦਾ ਪਰਪਸ ਇਹੀ ਹੁੰਦਾ ਕਿ ਤੁਹਾਨੂੰ ਸਾਰਾ ਤਰੀਕੇ ਨਾਲ ਯਾਦ ਰਹੇ, ਇਹ ਯਾਦ ਰੱਖਣਾ। ਅੱਛਾ, ਜਿਹੜਾ 19 ਸੈਪਟੰਬਰ ਵਾਲਾ ਡੇ ਹੈ ਨਾ, ਇਹ ਹਰ ਵਾਰ 3rd ਸੈਟਰਡੇ ਨੂੰ ਮਨਾਇਆ ਜਾਂਦਾ, ਸੈਪਟੰਬਰ ਮੰਥ ਦੇ 3rd ਸੈਟਰਡੇ ਨੂੰ। ਅੱਛਾ, ਇੱਕ ਤਾਂ ਇਹ ਡੇ ਹੋ ਗਿਆ 19 ਵਾਲਾ। ਇੱਕ 19 ਸੈਪਟੰਬਰ ਨੂੰ ਇੱਕ ਹੋਰ ਡੇ ਮਨਾਇਆ ਗਿਆ, ਮਤਲਬ ਕਿ 3rd ਸੈਟਰਡੇ ਨੂੰ ਜਿਹੜਾ ਮਨਾਇਆ ਜਾਂਦਾ। ਇਸ ਵਾਰ ਦੀ ਤਰੀਕ ਬਾਈ ਚਾਂਸ 19 ਸੀ, ਤਾਂ 19 ਯਾਦ ਰੱਖਣਾ। ਉਹ ਹੈਗਾ ਇੰਟਰਨੈਸ਼ਨਲ ਰੈੱਡ ਪਾਂਡਾ ਡੇ। ਇੰਟਰਨੈਸ਼ਨਲ ਰੈੱਡ ਪਾਂਡਾ ਡੇ, ਉਹ ਵੀ ਯਾਦ ਰੱਖ ਲਿਓ। ਕਲੀਅਰ ਹੈ। ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ 21 ਸੈਪਟੰਬਰ 'ਤੇ। 21 ਸੈਪਟੰਬਰ ਨੂੰ ਇੰਟਰਨੈਸ਼ਨਲ ਡੇ ਆਫ ਪੀਸ। ਇੰਟਰਨੈਸ਼ਨਲ ਡੇ ਆਫ ਪੀਸ ਹੈ ਜਿਹੜਾ ਮਨਾਇਆ ਜਾਂਦਾ, UN ਦੁਆਰਾ ਮਨਾਇਆ ਜਾਂਦਾ। ਸ਼ੇਪਿੰਗ ਪੀਸ ਟੂਗੈਦਰ ਇਹਦੀ ਇਸ ਵਾਰ ਦੀ ਕੀ ਸੀਗੀ ਥੀਮ? ਕੀ ਸੀ? ਸ਼ੇਪਿੰਗ ਪੀਸ ਟੂਗੈਦਰ, ਠੀਕ ਹੈ। ਤਾਂ ਇਹ ਵੀ ਤੁਸੀਂ ਕਲੀਅਰ ਕੱਟ ਇਹਨੂੰ ਯਾਦ ਰੱਖਣਾ। ਅੱਛਾ, 21 ਸੈਪਟੰਬਰ ਨੂੰ ਇੱਕ ਹੋਰ ਡੇ ਸੀਗਾ। ਦੇਖੋ ਜਿਹੜੇ 2-2 ਵਾਲੇ ਡੇਜ਼ ਨੇ ਨਾ, ਦੇਖੋ ਜਿਵੇਂ ਹੁਣ 15 ਤਰੀਕ ਨੂੰ ਆਪਾਂ 2 ਡੇ ਕੀਤੇ, 18 ਨੂੰ 3 ਡੇ ਕੀਤੇ, ਹੈ ਨਾ, ਤਾਂ 19 ਨੂੰ ਵੀ 2 ਡੇ ਕੀਤੇ। ਉਹ ਸਾਰੇ ਇਕੱਠੇ ਲਿਖੀ ਜਾਈਓ, ਉਹ ਯਾਦ ਰੱਖਣੇ ਜ਼ਰੂਰੀ ਹੈ। 21 ਨੂੰ ਇੱਕ ਤਾਂ ਜਿਹੜਾ ਤੁਹਾਨੂੰ ਮੈਂ ਹੁਣੇ ਕਰਵਾ ਕੇ ਹਟੀ ਹਾਂ ਉਹ, ਅਤੇ ਇੱਕ ਵਰਲਡ ਐਲਜ਼ਾਈਮਰਸ ਡੇ। ਵਰਲਡ ਐਲਜ਼ਾਈਮਰ ਡੇ ਹੈ ਜਿਹੜਾ, ਇਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? 21 ਸੈਪਟੰਬਰ ਨੂੰ, ਇਹ ਵੀ ਯਾਦ ਰੱਖ ਲਿਓ। ਅੱਛਾ ਜੀ, 22 ਦੀ ਜੇ ਮੈਂ ਗੱਲ ਕਰਾਂ, 22 ਸੈਪਟੰਬਰ ਨੂੰ ਮੈਂ ਕਿਹਾ ਸੀ 22 ਦੇ ਪਿੱਛੇ 2 ਪੈਂਦਾ ਨਾ, 2-2, ਤਾਂ ਇਹਦੇ ਵਿੱਚ 2 ਡੇਜ਼ ਵੀ 2 ਹੈ। ਕਿਹੜੇ 2 ਹੈ? ਮਤਲਬ 2 ਆਰ। ਇੱਕ ਤਾਂ ਆਰ ਤੋਂ ਰਹੀਨੋ ਡੇ, ਹੈ ਨਾ, ਇੱਕ ਤਾਂ 22 ਤੋਂ ਹੋ ਗਿਆ ਰਹੀਨੋ ਡੇ। ਇੱਕ ਹੋਰ ਕਿਹੜਾ ਕੀਤਾ ਸੀਗਾ ਆਪਾਂ ਨੇ? ਹਾਂਜੀ, ਸੋਚੋ। ਰੋਜ਼ ਡੇ। ਇੱਕ ਤਾਂ ਰਹੀਨੋ ਡੇ, ਇੱਕ ਰੋਜ਼ ਡੇ। ਇਹ ਦੋਨੋਂ ਕਦੋਂ ਮਨਾਏ ਜਾਂਦੇ ਨੇ? 22 ਸੈਪਟੰਬਰ ਨੂੰ। ਤਾਂ ਇਹਨੂੰ ਕਲੀਅਰ ਕੱਟ ਵੇ ਨਾਲ ਤੁਸੀਂ ਯਾਦ ਰੱਖ ਲੈਣਾ। ਕਲੀਅਰ ਹੈ ਜੀ। ਹਾਂਜੀ, ਅੱਜ ਆਪਾਂ ਕਿਹੜਾ ਕੀਤਾ? 23 ਸੈਪਟੰਬਰ ਵਾਲਾ, ਅਤੇ 23 ਵਾਲਾ ਵੀ ਯਾਦ ਰੱਖ ਲਿਓ, ਇੰਟਰਨੈਸ਼ਨਲ ਸਾਈਨ ਲੈਂਗੁਏਜ ਡੇ। ਅੱਛਾ, 16 ਤੋਂ ਲੈ ਕੇ 30 ਸਤੰਬਰ ਤੱਕ ਹੈ ਜਿਹੜਾ ਇੰਡੀਅਨ ਰੇਲਵੇ ਦੁਆਰਾ ਸਵੱਛਤਾ ਪਖਵਾੜਾ ਜਿਹੜਾ ਸੈਲੀਬ੍ਰੇਟ ਕੀਤਾ ਜਾਊਗਾ। 16 ਤੋਂ 30 ਵਾਲਾ ਵੀ ਤੁਸੀਂ ਯਾਦ ਰੱਖ ਲਿਓ, ਠੀਕ ਹੈ ਜੀ। ਇਹ ਹੋ ਗਿਆ ਆਪਣੇ ਸਾਰੇ ਇੰਪੋਰਟੈਂਟ ਡੇਜ਼। ਚਲੋ ਨੈਕਸਟ 'ਤੇ ਮੂਵ ਔਨ ਕਰਦੇ ਹਾਂ। ਇੰਪੋਰਟੈਂਟ ਐਕਸਰਸਾਈਜ਼। ਹਾਂਜੀ, ਇੰਪੋਰਟੈਂਟ ਐਕਸਰਸਾਈਜ਼ ਪਹਿਲੀ ਕਿਹੜੀ ਹੈ? ਪਾਸੈਕਸ ਨਵਲ ਐਕਸਰਸਾਈਜ਼ ਹੈ। ਇਹ ਵੀ ਯਾਦ ਰੱਖਣਾ ਤੁਸੀਂ। ਕਿਹਦੇ ਵਿਚਾਲੇ ਹੈਲਡ ਹੋਈ ਹੈ ਇਹ? ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਹੋਈ ਹੈ ਪਾਸੈਕਸ ਨਵਲ ਐਕਸਰਸਾਈਜ਼, ਠੀਕ ਹੈ। ਤੁਸੀਂ ਇਹਨੂੰ ਇਮੇਜ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। ਹਾਂਜੀ, ਇਹਦੇ ਬਾਰੇ ਕੁਝ ਹੋਰ ਸਟੈਟਿਕ ਪੁਆਇੰਟ ਆਪਾਂ ਯਾਦ ਰੱਖਣੇ ਨੇ। ਕਿਹੜੇ? ਇੱਕ ਤਾਂ ਇਹ 2 ਡੇਜ਼ ਦੀ ਐਕਸਰਸਾਈਜ਼ ਸੀ,
2 ਦਿਨਾਂ ਦੀ ਐਕਸਰਸਾਈਜ਼ ਸੀ। ਕਿੱਥੇ ਹੋਈ? ਇੰਡੀਅਨ ਓਸ਼ਨ ਦੇ ਵਿੱਚ। ਕਿੱਥੇ ਹੋਈ ਜੀ? ਇੰਡੀਅਨ ਓਸ਼ਨ ਦੇ ਵਿੱਚ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਇੰਡੀਆ ਵੱਲੋਂ ਕਿਹਨੇ ਪਾਰਟਿਸਿਪੇਟ ਕੀਤਾ ਤੇ ਆਸਟ੍ਰੇਲੀਆ ਵੱਲੋਂ ਕਿਹਨੇ ਕੀਤਾ, ਉਹ ਯਾਦ ਰੱਖਣਾ ਹੁੰਦਾ ਆਪਾਂ ਨੇ। ਇੰਡੀਆ ਵੱਲੋਂ 2 ਸ਼ਿਪਸ ਨੇ ਮਤਲਬ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਕਿਹਨੇ ਕਿਹਨੇ? INS ਸ਼ਹਾਦਰੀ, ਸ਼ਹਾਦਰੀ ਇਹ ਯਾਦ ਰੱਖਣਾ ਤੁਸੀਂ, ਤੇ INS ਕਰਮੁਖ, ਕਰਮੁਖ। ਠੀਕ ਹੈ, ਇਹਨਾਂ ਦੋਨਾਂ ਨੇ ਯਾਦ ਰੱਖਣਾ। ਤੇ ਉਸ ਤੋਂ ਬਾਅਦ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਕਿ ਆਸਟ੍ਰੇਲੀਆ ਵੱਲੋਂ ਕਿਹਨੇ ਹਿੱਸਾ ਲਿਆ ਸੀਗਾ, ਤਾਂ HMAS ਹੋਬਰਟ, HMAS ਹੋਬਰਟ ਇਹਨੇ ਹਿੱਸਾ ਜਿਹੜਾ ਲਿਆ ਸੀ। ਇਹ ਤੁਸੀਂ ਯਾਦ ਰੱਖ ਲੈਣੀ ਹੈ। ਕਲੀਅਰ ਹੈ ਜੀ। ਉਸ ਤੋਂ ਬਾਅਦ ਆਸਟ੍ਰੇਲੀਆ ਬਾਰੇ ਕੁਝ ਸਟੈਟਿਕ ਫੈਕਟਸ ਦੀ ਆਪਾਂ ਗੱਲ ਕਰ ਰਹੇ ਨੇ। ਇੱਥੋਂ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ ਜੀ? ਕੈਨਬੇਰਾ। ਡਾਲਰ ਕੀ ਹੈ? ਕਰੰਸੀ ਹੈ। ਪਾਰਲੀਮੈਂਟ ਮਤਲਬ ਕਿ ਇੱਥੋਂ ਦੀ ਜੇ ਸੰਸਦ ਦੀ ਮੈਂ ਗੱਲ ਕਰਾਂ, ਸੰਸਦ ਦਾ ਨਾਮ ਹੀ ਪਾਰਲੀਮੈਂਟ ਹੈ। ਠੀਕ ਹੈ, ਜਿਵੇਂ ਆਪਣੀ ਇੰਡੀਅਨ ਸੰਸਦ ਨੂੰ ਵੀ ਪਾਰਲੀਮੈਂਟ ਕਹਿੰਦੇ ਨੇ ਨਾ, ਉਵੇਂ ਕਈਆਂ ਦੇ ਕਿਤੇ ਕਿਤੇ ਡਾਈਟ ਕਹਿੰਦੇ ਨੇ, ਕਿਤੇ ਸ਼ੋਰਾ ਕਹਿੰਦੇ ਨੇ। ਤੁਸੀਂ ਯਾਦ ਰੱਖਣਾ ਇਹਨੂੰ ਕੀ ਕਹਿੰਦੇ ਨੇ? ਪਾਰਲੀਮੈਂਟ ਹੀ ਕਹਿੰਦੇ ਨੇ। ਠੀਕ ਹੈ, ਅੱਛਾ ਦੇਖੋ, ਮੈਂ ਜਦੋਂ ਕਿਸੇ ਆਪਾਂ ਕੰਟਰੀ ਦੀ ਗੱਲ ਕਰਦੇ ਨਾ, ਮੈਂ ਉੱਥੇ ਤੁਹਾਨੂੰ ਪਾਰਲੀਮੈਂਟ ਬਾਰੇ ਦੱਸਦੀ ਹੁੰਦੀ ਹਾਂ, ਹੈ ਨਾ, ਅਤੇ ਆਪਾਂ ਕੈਪੀਟਲ ਤੇ ਕਰੰਸੀ ਕਰਦੇ ਹਾਂ। PM ਪ੍ਰੈਜ਼ੀਡੈਂਟ ਮੈਂ ਬਹੁਤ ਘੱਟ ਦੱਸਦੀ ਹੁੰਦੀ ਹਾਂ, ਹੈ ਨਾ, ਕਿਉਂਕਿ ਹਰੇਕ ਦੇ ਯਾਦ ਰੱਖ ਪਾਉਣਾ ਬਹੁਤ ਔਖਾ ਹੈ। ਬਟ ਕੀ ਜਿਹੜੀ ਇੰਪੋਰਟੈਂਟ ਰਹਿੰਦੇ ਆ ਉਹ ਤੁਸੀਂ ਯਾਦ ਰੱਖਣੇ ਆ, ਅਤੇ ਇਹਦੇ PM ਤੁਸੀਂ ਯਾਦ ਰੱਖਣੇ ਨੇ। ਠੀਕ ਹੈ, ਹੌਲੀ ਹੌਲੀ ਇਹ ਵੀ ਕਰਾਂਗੇ। ਪਹਿਲਾਂ ਆਪਾਂ ਇੰਡੀਆ ਦਾ ਸਟੈਟਿਕ ਪੋਰਸ਼ਨ ਕਵਰ ਕਰੀਏ, ਦੈਨ ਆਪਾਂ ਇਹ 'ਤੇ ਵੀ ਮੂਵ ਔਨ ਕਰਾਂਗੇ। ਸਕਾਟ ਮੋਰੀਸਨ, ਸਕਾਟ ਮੋਰੀਸਨ। ਠੀਕ ਹੈ, ਇਹ PM ਨੇ ਜੀ ਕਿੱਥੋਂ ਦੇ? ਆਸਟ੍ਰੇਲੀਆ ਦੇ। ਅੱਛਾ, ਹੁਣ ਇਹ ਆਈਏ ਇੰਪੋਰਟੈਂਟ ਐਕਸਰਸਾਈਜ਼ ਦੀ ਗੱਲ। ਜੇ ਮੈਂ ਪ੍ਰੀਵੀਅਸ ਡੇਜ਼ ਦੇ ਵਿੱਚ ਕਿਸੇ ਐਕਸਰਸਾਈਜ਼ ਦੀ ਗੱਲ ਕਰਾਂ ਤਾਂ ਆਪਾਂ ਕਾਵਕਾਸ ਬਾਰੇ ਕੀਤਾ ਸੀਗਾ। ਕਾਵਕਾਸ, ਜਿਹਨੂੰ ਕਾਊਕਸਸ 2020 ਵੀ ਕਹਿੰਦੇ ਆ, ਰਸ਼ੀਆ ਦੇ ਵਿੱਚ ਇਹ ਹੈਲਡ ਹੋ ਰਹੀ ਹੈ। ਤੁਹਾਨੂੰ ਪਤਾ ਹੈ ਇੰਡੀਆ ਨੇ ਪਹਿਲਾਂ ਇੱਥੇ ਪਾਰਟੀਸਿਪੇਟ ਕਰਨਾ ਸੀਗਾ, ਬਟ ਕੀ ਆਫਟਰ ਦੈਟ ਇੰਡੀਆ ਨੇ ਜਵਾਬ ਦੇ ਦਿੱਤਾ, ਰਿਫਿਊਜ਼ ਕਰਤਾ ਇੱਥੇ ਇਹਦੇ ਵਿੱਚ ਪਾਰਟੀਸਿਪੇਟ ਕਰਨ ਨਾਲੋਂ। ਮਲਟੀਲੇਟਰਲ ਇਹ ਐਕਸਰਸਾਈਜ਼ ਹੈ, ਕਾਫੀ ਸਾਰੇ ਦੇਸ਼ ਦੇ ਵਿੱਚ ਹਿੱਸਾ ਲੈ ਰਹੇ ਨੇ, ਪਾਕਿਸਤਾਨ, ਚਾਈਨਾ ਵਰਗੇ ਵੀ। ਠੀਕ ਹੈ, ਤਾਂ ਇੰਡੀਆ ਨੇ ਜਿਹੜਾ ਓਫੀਸ਼ੀਅਲੀ ਰੀਜ਼ਨ ਦਿੱਤਾ ਸੀਗਾ ਇਹਦੇ ਵਿੱਚ ਇਹੀ ਦਿੱਤਾ ਸੀ ਕਿ ਕਰੋਨਾ ਕਰਕੇ ਅਸੀਂ ਪਾਰਟੀਸਿਪੇਟ ਨਹੀਂ ਕਰ ਰਹੇ, ਬਿਕਾਜ਼ ਇੰਡੀਆ ਦੇ ਵਿੱਚ ਕਰੋਨਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਅਸੀਂ ਉਹਦੇ ਉੱਤੇ ਫੋਕਸ ਕਰਨਾ ਚਾਹੁੰਦੇ ਹਾਂ, ਹੈ ਨਾ। ਬਟ ਕੀ ਇਹ ਬੈਕ ਐਂਡ 'ਤੇ ਇਹੋ ਜਿਹੇ ਰੀਜ਼ਨਸ ਵੀ ਕੰਮ ਕਰਦੇ ਆ ਕਿ ਜਿੱਦਾਂ ਚਾਈਨਾ ਪਾਕਿਸਤਾਨ ਨਾਲ ਆਪਣੀ ਹੈ ਨਹੀਂ ਇੰਨੀ ਜ਼ਿਆਦਾ ਵਧੀਆ, ਹੈ ਨਾ, ਰਿਲੇਸ਼ਨਸ ਆਪਣੇ, ਤਾਂ ਉਹ ਪਾਰਟੀਸਿਪੇਟ ਕਰ ਰਹੇ ਨੇ। ਠੀਕ ਹੈ, ਤਾਂ ਬਟ ਜਿਹੜਾ ਓਫੀਸ਼ੀਅਲ ਲਿਖ ਕੇ ਰੀਜ਼ਨ ਦਿੱਤਾ, ਓਫੀਸ਼ੀਅਲ ਰੀਜ਼ਨ ਲਿਖਿਆ ਹੋਇਆ ਨਾ, ਜਿਵੇਂ ਦਾ ਹਿੰਦੂ 'ਚ ਵੀ ਇਹ ਚੀਜ਼ ਲਿਖੀ ਹੋਈ ਸੀ, ਤਾਂ ਉਹ ਇਹੀ ਕੋਵਿਡ ਵਾਲਾ ਹੀ ਦਿੱਤਾ ਸੀ। ਬਟ ਵੇਰੀਅਸ ਰੀਜ਼ਨਸ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਆ। ਠੀਕ ਹੈ ਜੀ, ਚਲੋ ਨੈਕਸਟ ਨਿਊਜ਼ ਉੱਤੇ ਆਪਾਂ ਚੱਲਦੇ ਹਾਂ। ਅਗਲੀ ਆਪਣੀ ਨੈਸ਼ਨਲ ਨਿਊਜ਼ ਹੈ, ਦੈਟ ਇਜ਼ ਫਰੋਮ ਕੇਰਲਾ। ਕੇਰਲਾ ਤੋਂ ਕੀ ਨਿਊਜ਼ ਹੈ? ਇੰਡੀਆਜ਼ ਫਸਟ ਬਾਇਓਮੈਡੀਕਲ ਪਾਰਕ ਹੈ ਜਿਹੜਾ ਇਸਟੈਬਲਿਸ਼ ਕੀਤਾ ਜਾ ਰਿਹਾ ਹੈ ਕੇਰਲਾ ਦੇ ਵਿੱਚ। ਇਹ ਚੀਜ਼ ਦੀ ਅਨਾਊਂਸਮੈਂਟ ਹੋ ਗਈ ਹੈ, ਇੰਡੀਆਜ਼ ਫਸਟ ਬਾਇਓਮੈਡੀਕਲ ਪਾਰਕ। ਠੀਕ ਹੈ, ਦੇਖੋ ਸਟੈਟਿਕ ਫੈਕਟ ਹੈ ਇਹ, ਸਟੈਟਿਕ ਜੀਕੇ ਦਾ ਵੀ ਪਾਰਟ ਬਣਦਾ। ਫਸਟ ਵਾਲਾ ਨਾ ਸਾਰਾ ਕੁਝ ਯਾਦ ਰੱਖਣਾ ਹੁੰਦਾ ਹੈਗਾ, ਤਾਂ ਇਹ ਤੁਸੀਂ ਯਾਦ ਰੱਖਣਾ, ਇੰਡੀਆ ਦਾ ਪਹਿਲਾ ਜਿਹੜਾ ਬਾਇਓਮੈਡੀਕਲ ਪਾਰਕ ਹੈ ਇਸਟੈਬਲਿਸ਼ ਕੀਤਾ ਜਾ ਰਿਹਾ ਕੇਰਲਾ ਦੇ ਵਿੱਚ, ਯਾਦ ਰੱਖ ਲਿਓ। ਅੱਛਾ ਜੀ, ਕੇਰਲਾ ਦੀ ਕੈਪੀਟਲ ਕੀ ਹੈ? ਤ੍ਰਿਵੇਂਦਰਪੁਰਮ, ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ। CM ਮੈਂ ਤੁਹਾਨੂੰ ਕਰਵਾ ਚੁੱਕੀ ਹਾਂ, ਪਿਨਰੇਈ ਵਿਜਨ। ਠੀਕ ਹੈ ਜੀ, ਇਹ ਵੀ ਯਾਦ ਰੱਖਣਾ ਹੈ। ਗਵਰਨਰ ਹੈਗੇ ਨੇ ਆਰਿਫ ਮੁਹੰਮਦ ਖਾਨ, ਗਵਰਨਰ ਹੈਗੇ ਆਰਿਫ ਮੁਹੰਮਦ ਖਾਨ, ਅਤੇ ਚੀਫ ਜਸਟਿਸ ਹੈਗੇ ਨੇ ਇੱਥੋਂ ਦੇ S ਮਨੀ ਕੁਮਾਰ, S ਮਨੀ ਕੁਮਾਰ। ਅਤੇ ਸਾਰੇ ਫੈਕਟ ਕੇਰਲਾ ਤੋਂ ਤੁਸੀਂ ਯਾਦ ਰੱਖਣੇ ਆ। ਕਲੀਅਰ ਹੈ, ਚਲੋ ਨੈਕਸਟ ਦੇ ਉੱਤੇ ਮੂਵ ਔਨ ਕਰਦੇ ਹਾਂ। ਹਾਂਜੀ, ਨੈਕਸਟ ਕੀ ਹੈ? HDFC ਲਾਈਫ ਇਹਨੇ ਪਾਰਟਨਰ ਕਿਹਦੇ ਨਾਲ ਕੀਤਾ? ਯੈਸ ਬੈਂਕ ਨਾਲ। ਕਾਹਦੇ ਲਈ? ਆਪਦੀ ਇੰਸ਼ੋਰੈਂਸ ਪੋਲਿਸੀਜ਼ ਵੇਚਣ ਦੇ ਲਈ। HDFC ਲਾਈਫ ਨੇ ਯੈਸ ਬੈਂਕ ਨਾਲ ਪਾਰਟਨਰਸ਼ਿਪ ਕੀਤੀ ਹੈ, ਕਾਹਦੇ ਲਈ? ਆਪਣੀ ਇੰਸ਼ੋਰੈਂਸ ਪੋਲਿਸੀਜ਼ ਵੇਚਣ ਦੇ ਲਈ, ਹਰ ਟਾਈਪ ਦੀ ਇੰਸ਼ੋਰੈਂਸ ਪੋਲਿਸੀ ਵੇਚਣ ਦੇ ਲਈ। ਤੈਨੂੰ ਤੁਸੀਂ ਯਾਦ ਰੱਖ ਲੈਣਾ ਹੈ ਕਿ ਪਾਰਟਨਰਸ਼ਿਪ ਤੋਂ ਹੀ ਕੁਐਸਚਨ ਹੈਗਾ, ਪੁੱਛ ਸਕਦੇ ਨੇ ਕਿਹਦੇ ਨਾਲ ਕੀਤੀ ਆ ਪਾਰਟਨਰਸ਼ਿਪ। ਠੀਕ ਹੈ ਜੀ, ਅੱਛਾ HDFC ਦੀ ਫੁੱਲ ਫਾਰਮ ਦੀ ਅੱਜ ਗੱਲ ਕਰਦੇ ਹਾਂ ਆਪਾਂ, ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ। ਕੀ ਹੈ ਜੀ? ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ, ਇਹਦੀ ਫੁੱਲ ਫਾਰਮ ਹੈ, ਯਾਦ ਰੱਖ ਲਿਓ। ਹੈੱਡਕੁਆਟਰ HDFC ਤਾਂ ਮੈਂ ਤੁਹਾਨੂੰ ਕਿੰਨੇ ਹੀ ਵਾਰ ਕਰਵਾ ਚੁੱਕੀ ਹਾਂ, ਦੈਟ ਇਜ਼ ਇਨ ਮੁੰਬਈ। ਕਿੱਥੇ ਆ? ਮੁੰਬਈ। ਅੱਛਾ, MD ਅਤੇ CEO HDFC ਲਾਈਫ ਦੀ ਗੱਲ ਕਰਾਂ ਜੇ ਮੈਂ, ਇਹਦਾ ਹੀ ਹੈੱਡਕੁਆਟਰ ਮੁੰਬਈ ਦੇ ਵਿੱਚ ਹੀ ਇਹਦਾ ਵੀ, ਹੈ ਨਾ। ਅਤੇ MD ਅਤੇ CEO ਦੀ ਜੇ ਮੈਂ ਗੱਲ ਕਰਾਂ, ਵਿਭਾ ਪਾਡੇਲਕਰ, ਵਿਭਾ ਪਾਡੇਲਕਰ। ਠੀਕ ਹੈ, ਨਾਮ ਯਾਦ ਰੱਖ ਲਿਓ ਤੁਸੀਂ। ਓਕੇ, ਅੱਛਾ ਯੈਸ ਬੈਂਕ 'ਤੇ ਆਉਂਦੇ ਹਾਂ ਆਪਾਂ। ਯੈਸ ਬੈਂਕ ਦਾ ਹੈੱਡਕੁਆਟਰ ਵੀ ਮੁੰਬਈ ਦੇ ਵਿੱਚ ਹੈ। ਸਾਰਿਆਂ ਦੇ ਹੈੱਡਕੁਆਟਰਸ ਮੈਂ ਤੁਹਾਨੂੰ ਕਰਾਏ ਹੋਏ ਨੇ, ਚਲ ਆਪਾਂ ਇੱਕ ਵਾਰੀ ਫੇਰ ਅੱਜ ਰਿਵਾਈਜ਼ ਕਰ ਲਾਂਗੇ ਕਿ ਕਿਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ ਨਾ। ਅਤੇ ਇਹਦੀ ਜਿਹੜੀ ਸਥਾਪਨਾ ਯੈਸ ਬੈਂਕ ਦੀ 2004 ਦੇ ਵਿੱਚ ਰਾਣਾ ਕਪੂਰ ਅਤੇ ਅਸ਼ੋਕ ਕਪੂਰ ਨੇ ਕਰਾਈ ਸੀ। ਠੀਕ ਹੈ, ਤੁਹਾਨੂੰ ਪਤਾ ਹੀ ਹੈ। ਠੀਕ ਹੈ, ਅਤੇ ਇਹਦੇ ਐਟ ਪ੍ਰੈਜ਼ੈਂਟ MD ਅਤੇ CEO ਦੀ ਜੇ ਮੈਂ ਗੱਲ ਕਰਾਂ, ਦੈਟ ਇਜ਼ ਪ੍ਰਸ਼ਾਂਤ ਕੁਮਾਰ, ਪ੍ਰਸ਼ਾਂਤ ਕੁਮਾਰ, ਯਾਦ ਰੱਖ। ਅੱਛਾ, ਯੈਸ ਬੈਂਕ ਦੀ ਜੇ ਥੋੜ੍ਹੀ ਜਿਹੀ ਹੋਰ ਗੱਲ ਕਰੀਏ ਆਪਾਂ ਡਿਟੇਲ ਦੇ ਵਿੱਚ, ਤਾਂ ਥੋੜ੍ਹਾ ਜਿਹਾ ਬੈਕ ਐਂਡ 'ਤੇ ਚੱਲਦੇ ਹਾਂ। ਕਾਫੀ ਰੌਲਾ ਆਇਆ ਪਿਆ ਸੀ ਨਾ ਯੈਸ ਬੈਂਕ ਦਾ,
ਤਾਂ ਤੁਸੀਂ ਇਹਦੇ ਤੋਂ ਕੁਛ ਕੁ ਹੋਰ ਚੀਜ਼ਾਂ ਵੀ ਯਾਦ ਰੱਖ ਸਕਦੇ ਹੋ, ਜਿਵੇਂ RBI ਨੇ ਨਾ ਦੇਖੋ ਦਿਵਾਲੀਆ ਹੋ ਗਿਆ ਸੀਗਾ ਲਾਈਕ ਇਹ ਬੈਂਕ ਹੈ ਨਾ, ਕਾਫੀ ਸਾਰਾ ਨਿਊਜ਼ ਦੇ ਵਿੱਚ ਰਿਹਾ ਸੀਗਾ। RBI ਨੇ ਦੀ ਲਿਮਿਟ ਫਿਕਸ ਕਰਤੀ ਸੀ ਕਿ 50,000 ਤੋਂ ਵੱਧ ਇਹਦੇ 'ਚ ਆਪਾਂ ਵਿਦਡਰੋਅ ਨਹੀਂ ਕਰਾ ਸਕਦੇ, ਪੈਸੇ ਕਢਾ ਨਹੀਂ ਸਕਦੇ, ਠੀਕ ਹੈ। ਬਟ ਇਹਨੇ ਫਿਰ ਆਫਟਰ ਦੈਟ ਦੁਬਾਰਾ ਤੋਂ ਆਪਣੇ ਆਪਰੇਸ਼ਨ ਸਟਾਰਟ ਕੀਤੇ, ਕੰਮ ਸਟਾਰਟ ਕੀਤਾ, ਕਿਉਂਕਿ ਇਹਦੇ ਵਿੱਚ SBI ਬੈਂਕ ਨੇ SBI ਨੇ 49% ਤੱਕ ਦੀ ਹਿੱਸੇਦਾਰੀ ਕੀਤੀ, ਠੀਕ ਹੈ। ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ SBI ਦੀ ਯੈਸ ਬੈਂਕ ਦੇ ਵਿੱਚ ਕਿੰਨੇ % ਦੀ ਹਿੱਸੇਦਾਰੀ ਹੈ, 49% ਦੀ, ਠੀਕ ਹੈ। ਤਾਂ ਇਹ ਵੀ ਯਾਦ ਰੱਖਣਾ। MD ਤੇ CEO ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਪ੍ਰਸ਼ਾਂਤ ਕੁਮਾਰ ਹੈ। ਪਿੱਛੇ ਜੇ ਨਾ ਜੁਲਾਈ ਦੀ ਨਿਊਜ਼ ਹੈ ਇਹ, ਇਹਨਾਂ ਦੇ ਨਾ ਚੀਫ ਰਿਸਕ ਆਫਿਸਰ ਅਪੁਆਇੰਟ ਕੀਤੇ ਗਏ ਸੀ ਨੀਰਜ ਧਵਨ, ਠੀਕ ਹੈ। ਕਿਹਦੇ ਚੀਫ ਰਿਸਕ ਆਫਿਸਰ ਇਹ ਅਪੁਆਇੰਟ ਕੀਤੇ ਗਏ ਸੀ? ਯੈਸ ਬੈਂਕ ਦੇ, ਠੀਕ ਹੈ। 3 ਸਾਲਾਂ ਦੇ ਲਈ ਰਿਟੇਲ ਤੇ ਬਿਜ਼ਨਸ ਬੈਂਕਿੰਗ ਦਾ ਕੰਮ ਸੰਭਾਲਣ ਲਈ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਸੀ। ਤੇ ਇਹ ਸਾਰੇ ਕੁਝ ਕੁ ਇੰਪੋਰਟੈਂਟ ਪੁਆਇੰਟਸ ਨੇਗੇ ਕਿਹਦੇ ਤੋਂ? ਯੈਸ ਬੈਂਕ ਤੋਂ। ਤਾਂ ਇਹ ਤੁਸੀਂ ਸਾਰੇ ਯਾਦ ਰੱਖਣੇ, ਕਲੀਅਰ ਹੈ? ਹਾਂਜੀ, ਚਲੋ ਨੈਕਸਟ ਦੀ ਗੱਲ ਕਰਦੇ ਹਾਂ ਆਪਾਂ। ਇੰਪੋਰਟੈਂਟ ਬੁੱਕਸ, ਹਾਂਜੀ ਕਾਫੀ ਦਿਨਾਂ ਬਾਅਦ ਬੁੱਕਸ ਆਈਆਂ ਨੇ ਤਾਂ ਅੱਜ ਆਪਾਂ ਸਾਰਿਆਂ ਨੂੰ ਡਿਸਕਸ ਕਰਕੇ ਜਾਵਾਂਗੇ। ਇੰਪੋਰਟੈਂਟ ਬੁੱਕਸ ਦੇ ਵਿੱਚ ਕੀ ਹੈ? ਵਿਕਾਸ ਖੰਨਾ ਦੀ ਕਿਹੜੀ ਬੁੱਕ ਹੈ ਜੀ? ਕਿਚਨ ਆਫ ਗ੍ਰੈਟੀਟਿਊਡ। ਕਿਹੜੀ? ਕਿਚਨਸ ਆਫ ਗ੍ਰੈਟੀਟਿਊਡ, ਠੀਕ ਹੈ। ਇਹ ਯਾਦ ਰੱਖਣਾ ਤੁਸੀਂ। ਪਿੱਛੇ ਜੇ ਨਾ ਮੈਂ ਤੁਹਾਨੂੰ ਨਿਊਜ਼ ਕਰਵਾਈ ਸੀ ਵਿਕਾਸ ਖੰਨਾ ਤੋਂ ਕਿ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਹੈ ਨਾ, ਯਾਦ ਹੈ? ਇਹ ਨਾ ਸ਼ੈਫ ਨੇ, ਯਾਦ ਆ ਗਿਆ ਹੋਊਗਾ ਤੁਹਾਨੂੰ ਸ਼ੈਫ ਤੋਂ, ਹੈ ਨਾ। ਪਿੱਛੇ ਜੇ ਮੈਂ ਤੁਹਾਨੂੰ ਇੱਕ ਅਵਾਰਡ ਅਨਾਊਂਸ ਕਰਵਾਇਆ ਸੀਗਾ, ਮਤਲਬ ਇਹਨਾਂ ਨੂੰ ਮਿਲਣਾ ਹੈ, ਉਹ ਮਿਲੂਗਾ ਹੀ ਬਸ ਜਦੋਂ ਇਹ ਉਹ ਹੈਗੇ ਨੇ ਉਹਦੇ ਲਈ। ਤਾਂ ਵਿਕਾਸ ਖੰਨਾ ਇੱਕ ਸ਼ੈਫ ਸੀ, ਹੈਗੇ ਨੇ ਹੁਣ ਵੀ ਮਤਲਬ। ਤਾਂ ਇਹਨਾਂ ਨੇ ਫੀਡ ਇੰਡੀਆ ਨਾਮ ਦਾ ਕੈਂਪੇਨ ਚਲਾਇਆ ਸੀ, ਇੱਕ ਫੂਡ ਡਿਸਟ੍ਰੀਬਿਊਸ਼ਨ ਕੈਂਪੇਨ ਸੀਗਾ। COVID-19 ਕਰਕੇ ਜਿਹੜੇ ਅਸਮਰਥ ਲੋਕ ਸੀ ਨਾ, ਮਤਲਬ ਜਿਨ੍ਹਾਂ ਨੂੰ ਜ਼ਰੂਰਤ ਸੀ ਅਤੇ ਉਹ ਭੋਜਨ ਆਪਣੇ ਲਈ ਮੁਹੱਈਆ ਨਹੀਂ ਕਰਾ ਸਕਦੇ ਸੀਗੇ, ਹੈ ਨਾ। ਤਾਂ ਉਹਨਾਂ ਤੱਕ ਭੋਜਨ ਪਹੁੰਚਾਉਣ ਦੇ ਲਈ ਇਹਨਾਂ ਨੇ ਇੱਕ ਫੀਡ ਇੰਡੀਆ ਨਾਮ ਦਾ ਇੱਕ ਕੈਂਪੇਨ ਚਲਾਇਆ ਸੀਗਾ, ਜਿਹਦੇ ਲਈ ਕਿ ਇਹਨਾਂ ਨੂੰ ਅਵਾਰਡ ਵੀ ਮਿਲਣਾ ਹੈਗਾ। ਉਹ ਅਵਾਰਡ ਵੀ ਯਾਦ ਰੱਖਣਾ ਤੁਸੀਂ, ਏਸ਼ੀਆ ਗੇਮ ਚੇਂਜਰ ਅਵਾਰਡ। ਕਿਹੜਾ? ਏਸ਼ੀਆ ਗੇਮ ਚੇਂਜਰ ਅਵਾਰਡ। 2-3 ਦਿਨ ਪਹਿਲਾਂ ਹੀ ਨਿਊਜ਼ ਕਰਵਾਈ ਹੈ ਤੁਹਾਨੂੰ ਮੈਂ, ਗੇਮ ਚੇਂਜਰ ਅਵਾਰਡ। ਤਾਂ ਇਹ ਵੀ ਯਾਦ ਰੱਖਣਾ। ਸ਼ੈਫ ਨੇ ਇਹ ਵਿਕਾਸ ਕਰਨਾ, ਇਹ ਵੀ ਤੁਸੀਂ ਯਾਦ ਇਹਦੇ ਤੋਂ ਰੱਖ ਸਕਦੇ ਹੋ, ਕਲੀਅਰ ਹੈ ਜੀ। ਹਾਂਜੀ, ਇੱਕ ਹੋਰ ਬੁੱਕ ਬਾਰੇ ਗੱਲ ਕਰਦੇ ਹਾਂ ਆਪਾਂ। ਰੋਮੀਲਾ ਥਾਪਰ ਦੀ ਹੈ ਵੋਇਸਿਸ ਆਫ ਡਿਸੈਂਟ, ਯਾਦ ਰੱਖਣਾ ਕਿਹਦੀ ਹੈ? ਰੋਮੀਲਾ ਥਾਪਰ ਦੀ। ਅੱਛਾ, ਨੈਕਸਟ ਮੰਥ ਦੇ ਵਿੱਚ ਇਹ ਪਬਲਿਸ਼ ਹੋਊਗੀ, ਤਾਂ ਇਹ ਵੀ ਤੁਸੀਂ ਇਹਦੇ ਤੋਂ ਯਾਦ ਰੱਖ ਸਕਦੇ ਹੋ। ਅੱਛਾ, ਹੁਣ ਕਾਫੀ ਡੇਜ਼ ਹੋ ਗਏ ਨਾ ਆਪਾਂ ਨੇ ਇੰਪੋਰਟੈਂਟ ਬੁੱਕਸ ਨੇ ਜਿਹੜੀਆਂ ਉਹ ਰਿਵਾਈਜ਼ ਨਹੀਂ ਕੀਤੀਆਂ, ਤਾਂ ਅੱਜ ਆਪਾਂ ਸਾਰੀਆਂ ਬੁੱਕਸ ਰਿਵਾਈਜ਼ ਕਰਾ ਦਿੰਦੀ ਹਾਂ ਤੁਹਾਨੂੰ ਮੈਂ ਇੱਕ ਵਾਰ ਬੋਲ ਕੇ। ਅੱਛਾ, ਕਿਹੜੇ ਮੰਥ ਦੀਆਂ? ਸੈਪਟੰਬਰ ਤੇ ਅਗਸਤ ਸਾਰੀਆਂ, ਕਿਉਂਕਿ ਕਰਵਾਈਆਂ ਮੈਂ ਤੁਹਾਨੂੰ ਪਹਿਲਾਂ ਹੀ ਹੋਈਆਂ ਨੇਗੀਆਂ, ਬਸ ਆਪਾਂ ਇੱਕ ਅੱਜ ਰਿਵੀਜ਼ਨ ਕਰ ਲੈਂਦੇ ਹਾਂ, ਹੈ ਨਾ। ਚਲੋ ਖਾਲੀ ਸਲਾਈਡ ਕੋਈ ਖੋਲ ਲੈਂਦੇ ਹਾਂ, ਇੱਥੇ ਕਰ ਲੈਂਦੇ ਹਾਂ, ਹੈ ਨਾ, ਤੁਹਾਨੂੰ ਸਮਝ ਆ ਜਾਊਗਾ। ਪਿੱਛੇ ਜੇ ਆਪਾਂ ਬੁੱਕ ਕੀਤੀ ਸੀ, ਆ ਤਾਂ ਦੋਨੇ ਤੁਸੀਂ ਯਾਦ ਰੱਖਣੀਆਂ ਨੇਗੀਆਂ, ਗੁਰਮੀਤ ਸਿੰਘ ਚੌਹਾਨ ਤੋਂ, ਹੈ ਨਾ। ਗੁਰਮੀਤ ਸਿੰਘ ਚੌਹਾਨ ਤੋਂ ਕਿਹੜੀ ਸੀ? ਇਨਵਰਟੋਨੋਮਿਕਸ। ਇਹਦੇ ਵਿੱਚ 8 ਮਤਲਬ ਸਭ ਤੋਂ ਵੱਡੀਆਂ ਪ੍ਰੋਬਲਮਸ ਬਾਰੇ ਇੰਡੀਆ ਦੀਆਂ ਡਿਸਕਸ ਕੀਤਾ ਹੋਇਆ, ਅਤੇ 8 ਆਈਡੀਆਜ਼ ਵੀ ਦਿੱਤੇ ਨੇ ਟਰਾਂਸਫਾਰਮ ਕਰਨ ਦੇ ਲਈ, ਯਾਦ ਰੱਖਣਾ। ਪੋਪ ਫਰਾਂਸਿਸ ਦੀ ਬੁੱਕ ਸੀ ਲੈਟ ਅਸ ਡਰੀਮ, ਇਹਨੂੰ ਵੀ ਯਾਦ ਰੱਖਣਾ ਤੁਸੀਂ। ਅੱਛਾ, ਕਰਨ ਜੌਹਰ ਦੀ ਬੁੱਕ ਆਈ ਸੀ ਦੀ ਬਿਗ ਥਾਟਸ ਆਫ ਲਿਟਲ ਲਵ, ਇਹਨਾਂ ਦੀ ਆਟੋਬਾਇਓਗ੍ਰਾਫੀ ਕਿਹੜੀ ਸੀ? ਕਰਨ ਜੌਹਰ ਦੀ, ਐਨ ਅਨਸੂਟੇਬਲ ਬॉय, ਇਹਨੂੰ ਵੀ ਯਾਦ ਰੱਖ ਲਈ। ਇੱਕ ਗੌਰੀ ਖਾਨ ਤੋਂ ਬੁੱਕ ਕੀਤੀ ਸੀ ਆਪਾਂ ਨੇ, ਗੌਰੀ ਖਾਨ ਜਿਹੜੇ ਕਿ ਆਪਣੇ ਸ਼ਾਹਰੁਖ ਖਾਨ ਦੀ ਵਾਈਫ ਨੇ, ਹੈ ਨਾ। ਇਹਨਾਂ ਦੀ ਇਹਨੀ ਡੈਬਿਊ ਬੁੱਕ ਹੈ ਜਿਹੜੀ, ਕਿਹੜੀ? ਮਾਈ ਲਾਈਫ ਇਨ ਡਿਜ਼ਾਈਨ, ਇਹ, ਠੀਕ ਹੈ। ਇਹਨੂੰ ਯਾਦ ਰੱਖਣਾ ਤੁਸੀਂ। ਅੱਛਾ, ਐਜ਼ ਅ ਡਿਜ਼ਾਈਨਰ ਇਹਨਾਂ ਨੇ ਆਪਣੀ ਜਰਨੀ ਇਹਦੇ ਵਿੱਚ ਲਿਖੀ ਹੈ, ਪਬਲਿਸ਼ ਇਹ ਪੈਂਗੁਇਨ ਰੈਂਡਮ ਹਾਊਸ ਦੁਆਰਾ ਹੈਗਾ, ਠੀਕ ਹੈ। ਇਹ ਵੀ ਯਾਦ ਰੱਖਣਾ। ਅਰੁਣਾਧਤੀ ਰॉय ਦੀ ਕਿਹਦੀ ਕੀਤੀ ਸੀ ਹੋਰ ਆਪਾਂ ਨੇ? ਅਰੁਣਾਧਤੀ ਰॉय ਦੀ ਕਿਹੜੀ ਬੁੱਕ ਸੀ? ਆਜ਼ਾਦੀ, ਫਰੀडम, ਫੈਸਿਜ਼ਮ, ਫਿਕਸ਼ਨ। ਇਹਨੂੰ ਪਬਲਿਸ਼ ਕਿਹਨੇ ਕੀਤਾ? ਪੈਂਗੁਇਨ ਬੁੱਕਸ ਲਿਮਿਟਡ ਨੇ, ਇਹ ਵੀ ਯਾਦ ਰੱਖਣਾ ਤੁਸੀਂ। ਅੱਛਾ, ਇੱਕ ਹੋਰ ਕੀਤੀ ਸੀ ਆਪਾਂ ਨੇ ਬਰਾਕ ਓਬਾਮਾ ਤੋਂ, ਕਿਹੜੀ ਸੀ? ਇਹ ਪ੍ਰੋਮਿਸਡ ਲੈਂਡ, ਕਿਹੜੀ ਸੀ ਜੀ? ਇਹ ਪ੍ਰੋਮਿਸਡ ਲੈਂਡ। ਇਹ ਸਾਰੀਆਂ ਇੰਪੋਰਟੈਂਟ ਬੁੱਕਸ ਨੇ ਜਿਹੜੀਆਂ ਇਹ ਸੈਪਟੰਬਰ ਮੰਥ ਦੀਆਂ ਨੇ, ਮੈਂ ਤੁਹਾਨੂੰ ਜਿਹੜੀਆਂ ਰਿਵਾਈਜ਼ ਕਰਾਈਆਂ ਨੇ। ਇਸ ਤੋਂ ਇਲਾਵਾ ਕੁਝ ਕੁ ਬੁੱਕਸ ਆਪਾਂ ਕੀਤੀਆਂ ਸੀਗੀਆਂ ਅਗਸਤ ਮੰਥ ਦੇ ਵਿੱਚ ਵੀ, ਉੱਥੇ ਮੈਂ ਤੁਹਾਨੂੰ ਕਾਫੀ ਵਾਰ ਰਿਵਾਈਜ਼ ਕਰਾਤੀਆਂ ਸੀ। ਚਲੋ ਇੱਕ ਵਾਰ ਹੋਰ ਦੱਸ ਦਿੰਦੀ ਹਾਂ ਬੋਲ ਕੇ, ਤਾਂ ਕਿ ਤੁਹਾਡੀ ਬੈਟਰ ਰਿਵੀਜ਼ਨ ਹੋ ਜੇ। ਫਟਾਫਟ ਹੀ ਬਰੀਫ ਦੇ ਵਿੱਚ ਕਰਾਂਗੇ, ਡੋਂਟ ਵਰੀ। ਸੈਪਟੰਬਰ ਮੰਥ ਦੇ ਐਂਡ ਦੇ ਉੱਤੇ ਤੁਹਾਨੂੰ ਇਹਦੇ 'ਤੇ ਇੱਕ ਅਲੱਗ ਤੋਂ ਵੀਡੀਓ ਮਿਲ ਜੂਗੀ। ਵਿਜੇ ਕੁਮਾਰ ਚੌਧਰੀ ਦੀ ਬੁੱਕ ਸੀ ਮੈਂਬਰਸ਼ਿਪ ਇਨ ਪੋਲੀਟਿਕਸ, ਹੈ ਨਾ। ਨਿਰੂਪਮਾ ਯਾਦਵ ਦੀ ਸੀਗੀ ਸਪੈਸ਼ਲ ਕੋਡ ਟੂ ਵਿਨ। ਸਵੱਛ ਭਾਰਤ ਰੈਵੋਲਿਊਸ਼ਨ ਕਿਹਦੀ ਸੀ? ਪਰਮੇਸ਼ਵਰਨ ਅਈਅਰ। ਇਹਦਾ ਜਿਹੜਾ ਹਿੰਦੀ ਵਰਜ਼ਨ ਸੀਗਾ ਉਹਨੂੰ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਮ੍ਰਿਤੀ ਇਰਾਨੀ ਨੇ ਕੀ ਕੀਤਾ ਸੀਗਾ? ਲਾਂਚ ਕੀਤਾ ਸੀ। ਯਤੀਸ਼ ਯਾਦਵ ਦੀ ਅ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨ। ਨੀਨਾ ਰॉय ਕਿਹੜੀ? ਅਮੇਜ਼ਿੰਗ ਅਯੋਧਿਆ। ਪ੍ਰਕਾਸ਼ ਜਾਵੜੇਕਰ ਦੀ CCC ਮਤਲਬ ਕਨੈਕਟਿੰਗ, ਕਮਿਊਨੀਕੇਟਿੰਗ ਅਤੇ ਚੇਂਜਿੰਗ। ਵੈਂਕਈਆ ਨਾਇਡੂ ਦੀ ਲਾਈਫ 'ਤੇ ਇਹ ਬੇਸਡ ਸੀ।
ਡਾਕਟਰ ਅਸ਼ੋਕ ਵਿਦਿਆ ਦੀ ਕਿਹੜੀ ਸੀ? ਗੈਸਟ੍ਰਿਕ ਕੈਂਸਰ, ਹੈ ਨਾ। ਆਨੰਦ ਵਾਸੂ ਤੇ ਜਤੀਸ਼ ਪ੍ਰਨਪਜੇ ਇਹਨਾਂ ਦੀ ਕਿਹੜੀ ਸੀ? ਕ੍ਰਿਕਟ ਦਰੋਣਾ, ਹੈ ਨਾ। ਦੈਨ ਆਪਾਂ ਕੀਤੀ ਸੀ ਨਰਵਾਣੇ ਆਪਣੇ ਆਰਮੀ ਦੇ ਚੀਫ, ਇਹਨਾਂ ਦੀ ਕਿਹੜੀ ਸੀ? ਨੈਸ਼ਨਲ ਸਿਕਿਉਰਿਟੀ ਚੈਲੰਜਸ ਯੰਗ ਸਕਾਲਰ ਪਰਸਪੈਕਟਿਵ। ਇਹ ਸਾਰੀਆਂ ਹੋ ਗਈ ਇੰਪੋਰਟੈਂਟ ਬੁੱਕਸ ਆਪਣੀਆਂ ਅਗਸਤ ਤੇ ਆਪਣੇ ਸੈਪਟੰਬਰ ਮੰਥ ਦੀਆਂ, ਠੀਕ ਹੈ। ਕੋਈ ਗੱਲ ਨਹੀਂ, ਤੁਹਾਨੂੰ ਇਹਨਾਂ ਦੇ ਸੈਪਰੇਟ ਵੀਡੀਓ ਹੈ ਜਿਹੜੀ ਮਿਲ ਜੂਗੀ, ਟੈਨਸ਼ਨ ਨਾ ਮੰਨੋ, ਤੇ ਇੱਕ ਵਾਰੀ ਤੁਹਾਡੀ ਰਿਵੀਜ਼ਨ ਕਰਾਈਏ ਬਸ, ਦੈਟਸ ਇਟ। ਸਪੋਰਟਸ ਤੋਂ ਕਿਹੜੀ ਨਿਊਜ਼ ਹੈ ਜੀ ਅੱਜ? ਫਾਰਮਰ ਕ੍ਰਿਕਟਰ ਐਸ਼ ਬਾਰਟੇ ਵਿਨਸ ਗੋਲਫ ਕਲੱਬ ਚੈਂਪੀਅਨਸ਼ਿਪ। ਇਹ ਫਾਰਮਰ ਕ੍ਰਿਕਟਰ ਰਹੇ ਨੇ ਐਸ਼ ਬਾਰਟੇ, ਮਲਟੀ ਟੈਲੈਂਟਡ ਇਹ ਪਰਸਨ ਹੈ, ਠੀਕ ਹੈ। ਇਹਨਾਂ ਨੇ ਕੀ ਵਿਨ ਕੀਤਾ ਜੀ? ਕੀ ਵਿਨ ਕੀਤਾ? ਗੋਲਫ ਕਲੱਬ ਚੈਂਪੀਅਨਸ਼ਿਪ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖ ਲਿਓ ਕਲੀਅਰ ਕੱਟ, ਐਸ਼ ਬਾਰਟੇ ਕੀ ਵਿਨ ਕੀਤਾ? ਗੋਲਫ ਕਲੱਬ ਚੈਂਪੀਅਨ, ਠੀਕ ਹੈ। ਨੈਕਸਟ ਉੱਤੇ ਚੱਲਦੇ ਹਾਂ। ਅਪੁਆਇੰਟਮੈਂਟ, ਆ ਦੋ ਨਿਊਜ਼ ਨੇ ਜਿਹੜੀਆਂ ਜੀ ਅਪੁਆਇੰਟਮੈਂਟ ਤੋਂ ਕਾਫੀ ਡੇਜ਼ ਬਾਅਦ, ਆਈ ਥਿੰਕ ਸੋ 3-4 ਦਿਨਾਂ ਬਾਅਦ ਆਪਾਂ ਅਪੁਆਇੰਟਮੈਂਟ ਤੋਂ ਨਿਊਜ਼ ਕਰ ਰਹੇ ਹਾਂ, ਯਾਦ ਰੱਖਣਾ। ਸੀਮਾਂਚਲਾ ਡੈਸ਼ ਜੋ ਵੀ ਇਹਨਾਂ ਦਾ ਨੇਮ ਹੈ, ਇਹਨਾਂ ਨੂੰ ਐਡਵਾਈਜ਼ਰ ਟੂ IMF ਐਗਜ਼ੀਕਿਊਟਿਵ ਡਾਇਰੈਕਟਰ ਹੈ ਜਿਹੜਾ ਅਪੁਆਇੰਟ ਕੀਤਾ ਗਿਆ, ਯਾਦ ਰੱਖਣਾ। IMF ਕੀ ਹੈ? ਇੱਥੇ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ। ਇੰਟਰਨੈਸ਼ਨਲ ਮੋਨੀਟਰੀ ਫੰਡ ਇਹ ਉਹੀ ਫੰਡ ਹੈ ਜਿਹਦਾ ਹੈੱਡਕੁਆਟਰ ਮੈਂ ਤੁਹਾਨੂੰ ਕਿੰਨੇ ਵਾਰੀ ਵਾਸ਼ਿੰਗਟਨ DC 'ਚ ਕਰਾਇਆ ਨਾ, ਵਾਸ਼ਿੰਗਟਨ DC ਦੇ ਵਿੱਚ ਕਿਹਦੇ ਹੈੱਡਕੁਆਟਰਸ? IMF ਦਾ ਹੋ ਗਿਆ, ਨਾਸਾ ਦਾ ਹੋ ਗਿਆ, ਵਰਲਡ ਬੈਂਕ ਦਾ ਹੋ ਗਿਆ, ਐਮਾਜ਼ੋਨ ਦਾ ਹੋ ਗਿਆ, ਸਭ ਦੇ ਹੈੱਡਕੁਆਟਰਸ ਇੱਥੇ ਹੀ ਨੇ, ਹੈ ਨਾ। ਇਹ ਤੋਂ ਇੱਕ ਹੋਰ ਪੁਆਇੰਟ ਲਿੰਕ ਕਰ ਸਕਦੇ ਹੋ ਤੁਸੀਂ ਇਹਦੇ 'ਚ। ਮੈਂ MD ਦੀ ਗੱਲ ਕਰਾਂ, ਕ੍ਰਿਸਟਲੀਨਾ ਜਿਓਰਜੀਵਾ, ਠੀਕ ਹੈ। ਇਹ ਇੱਥੋਂ ਦੇ ਕੀ ਨੇ? ਇਹਦੇ ਆਪਣੇ MD ਨੇ, ਠੀਕ ਹੈ, IMF ਦੇ, ਤਾਂ ਯਾਦ ਰੱਖ ਲੈਣਾ। ਨੈਕਸਟ ਕੀ ਹੈ? RBI ਅਪੁਆਇੰਟਸ AK ਦੀਕਸ਼ਿਤ ਐਜ਼ ਅ ਨਿਊ ਐਡਮਿਨਿਸਟ੍ਰੇਟਰ ਆਫ PMC ਬੈਂਕ। RBI ਨੇ ਅਪੁਆਇੰਟ ਕੀਤਾ AK ਦੀਕਸ਼ਿਤ ਨੂੰ ਨਵੇਂ ਐਡਮਿਨਿਸਟ੍ਰੇਟਰ ਦੇ ਤੌਰ ਤੇ, ਕਿਹਦੇ? PMC ਬੈਂਕ ਦੇ। ਤਾਂ ਯਾਦ ਰੱਖਣਾ ਤੁਸੀਂ ਇਹ PMC ਬੈਂਕ ਦੀ, ਜੇ ਮੈਂ ਫੁੱਲ ਫਾਰਮ ਦੀ ਗੱਲ ਕਰਾਂ, ਦੈਟ ਇਜ਼ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ, ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ, ਠੀਕ ਹੈ। ਨਾਮ ਇਹਦਾ ਯਾਦ ਰੱਖ ਲਿਓ। 1984 ਦੇ ਵਿੱਚ ਇਹ ਫਾਰਮ ਹੋਇਆ। ਦੇਖੋ 1984 ਤੁਸੀਂ ਬਲੂ ਸਟਾਰ ਆਪਰੇਸ਼ਨ ਤੋਂ ਯਾਦ ਰੱਖ ਸਕਦੇ ਹੋ, ਹੈ ਨਾ, ਦੰਗੇ ਹੋਏ ਸੀਗੇ, ਤਾਂ ਈਅਰ ਇਹਦਾ ਯਾਦ ਰੱਖਣਾ ਬਹੁਤ ਸੌਖਾ ਹੈ ਨਾ, PMC ਦਾ। ਤਾਂ ਮੁੰਬਈ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਚਲੋ ਮੁੰਬਈ ਦੇ ਹੈੱਡਕੁਆਟਰਸ ਆਪਾਂ ਕੀ ਕਰਦੇ ਹਾਂ? ਰਿਵਾਈਜ਼। ਇੱਕ ਮੁੰਬਈ ਦੇ ਹੈੱਡਕੁਆਟਰਸ ਦੇ ਵਿੱਚ ਤੁਹਾਨੂੰ ਕੀ ਹੈ? ਹੋਰ ਐਡ ਮਿਲ ਗਿਆ PMC ਬੈਂਕ, ਹੈ ਨਾ। ਤਾਂ ਬਸ ਆਈ ਐਡ ਕਰਦੇ ਜਾਇਆ ਕਰੋ, ਹੋਰ ਕੋਈ ਇਹਦੇ 'ਚ ਹਊਆ ਨਹੀਂ ਹੈਗਾ, ਸਟੈਟਿਕ ਜੀਕੇ ਦਾ ਕੁਛ ਨਹੀਂ ਹੁੰਦਾ ਇਹਦੇ 'ਚ। ਹੋਰ RBI, SBI, SEBI ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਬੈਂਕ ਨਹੀਂ ਹੈਗਾ। ਨਾਬਾਰਡ ਹੋ ਗਿਆ। ਇਸ ਤੋਂ ਇਲਾਵਾ ਯੈਸ ਬੈਂਕ, HDFC ਬੈਂਕ, ਆਪਣਾ ਐਕਸਿਸ ਬੈਂਕ, ICICI ਬੈਂਕ, ਕੋਟਕ ਮਹਿੰਦਰਾ ਬੈਂਕ ਹੋ ਗਿਆ ਇੱਕ ਆਪਣਾ, ਅੱਜ ਹੀ ਕੀਤਾ ਆਪਾਂ ਨੇ PMC ਬੈਂਕ। ਇਸ ਤੋਂ ਇਲਾਵਾ RBL ਬੈਂਕ, ਹਜੇ ਇੱਕ ਅੱਧਾ ਮੈਂ ਛੁੱਟੀ ਰਿਹਾ ਹੋਊਗਾ, ਤੁਹਾਨੂੰ ਕਾਫੀ ਵਾਰੀ ਰਿਵਾਈਜ਼ ਕਰਵਾਤੇ, ਤਾਂ ਇੱਥੋਂ ਤੁਸੀਂ ਯਾਦ ਰੱਖ ਲਿਓ। ਇਹ ਸਾਰੇ ਬੈਂਕਸ ਨੇ ਜਿਹੜੇ ਇਹਨਾਂ ਦੇ ਹੈੱਡਕੁਆਟਰਸ ਕੀ ਨੇ? ਮੁੰਬਈ ਦੇ ਵਿੱਚ ਨੇ। ਤਾਂ ਸਾਰੇ ਦੇ ਸਾਰੇ ਤੁਸੀਂ ਕੀ ਰੱਖਣੇ ਨੇ? ਯਾਦ ਰੱਖਣੇ ਹਨ, ਠੀਕ ਹੈ ਜੀ। ਜਦੋਂ ਵੀ ਆਪਣਾ ਆ ਜਾਊਗਾ ਨਾ ਕੋਈ ਮੁੰਬਈ ਵਾਲਾ, ਤਾਂ ਉਹਦੇ 'ਚ ਐਡ ਕਰ ਲਿਆ ਕਰੋ ਵੀ ਆਪਾਂ ਇੰਨੇ ਕਰ ਲਏ, ਇੱਕ ਚੱਲ ਹੋਰ ਜੁੜ ਗਿਆ ਉਹਦੇ ਵਿੱਚ। ਤਾਂ PMC ਦਾ ਹੈੱਡਕੁਆਟਰ ਯਾਦ ਰੱਖਣਾ। ਅੱਛਾ, RBI ਆਪਣਾ ਰਿਜ਼ਰਵ ਬੈਂਕ ਆਫ ਇੰਡੀਆ, ਕਾਫੀ ਦਿਨਾਂ ਬਾਅਦ ਇਹ ਨਿਊਜ਼ ਦੇ ਵਿੱਚ ਆਇਆ, ਰਿਜ਼ਰਵ ਬੈਂਕ ਆਫ ਇੰਡੀਆ। ਤਾਂ ਇਹ ਯਾਦ ਰੱਖਣਾ ਤੁਸੀਂ। ਇਹਨੂੰ ਆਪਾਂ ਸੈਂਟਰਲ ਬੈਂਕ ਵੀ ਕਹਿੰਦੇ ਹਾਂ, ਇਹਨੂੰ ਆਪਾਂ ਅਪੈਕਸ ਬੈਂਕ ਵੀ ਕਹਿੰਦੇ ਹਾਂ। ਅਪੈਕਸ ਲਾਈਕ ਚੋਟੀ ਦਾ ਬੈਂਕ, ਹੈ ਨਾ, ਅਪੈਕਸ। ਤੇ ਜਿਵੇਂ ਅਪੈਕਸ ਕੋਰਟ ਆਪਾਂ ਸੁਪਰੀਮ ਕੋਰਟ ਨੂੰ ਕਹਿੰਦੇ ਹਾਂ, ਉਵੇਂ ਅਪੈਕਸ ਬੈਂਕ ਆਪਾਂ ਰਿਜ਼ਰਵ ਬੈਂਕ ਨੂੰ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਯਾਦ ਰੱਖਣਾ ਤੁਸੀਂ, ਸੈਂਟਰਲ ਬੈਂਕ ਤੇ ਅਪੈਕਸ ਬੈਂਕ। 1935 ਦੇ ਵਿੱਚ ਇਹ ਫਾਰਮ ਹੋਇਆ ਸੀਗਾ। 1949 ਦੇ ਵਿੱਚ ਇਹਦਾ ਨੈਸ਼ਨਲਾਈਜੇਸ਼ਨ ਹੋ ਗਿਆ ਸੀਗਾ, ਮਤਲਬ ਰਾਸ਼ਟਰੀਕਰਨ ਹੋ ਗਿਆ ਸੀਗਾ, ਠੀਕ ਹੈ। ਹੈੱਡਕੁਆਟਰ ਦਾ ਮੁੰਬਈ ਦੇ ਵਿੱਚ ਹੀ ਦੱਸ ਚੁੱਕੀ ਹਾਂ ਆਲਰੇਡੀ। ਅੱਛਾ, ਪਹਿਲੇ ਜੇ ਮੈਂ ਗਵਰਨਰ ਦੀ ਇਹਦੀ ਗੱਲ ਕਰਾਂ ਕਿ ਜਿਹੜੇ ਜਮਾ ਵੈਰੀ ਫਸਟ ਪਹਿਲੇ ਗਵਰਨਰ ਸੀ ਉਹ ਸੀਗੇ ਔਸਬੋਰਨ ਸਮਿਥ। ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਵੀ ਦੱਸ ਕੇ ਜਾਊਂਗੀ। ਜੇ ਮੈਂ ਪਹਿਲੇ ਇੰਡੀਅਨ ਗਵਰਨਰ ਦੀ ਗੱਲ ਕਰਾਂ, ਫਸਟ ਇੰਡੀਅਨ ਗਵਰਨਰ ਦੀ ਮੈਂ ਗੱਲ ਕਰਾਂ, CD ਦੇਸ਼ਮੁਖ। ਦੇਖੋ ਹੁਣ ਤੁਸੀਂ 1935 ਦੇ ਵਿੱਚ ਬਣਿਆ, ਆਪਣੀ ਆਜ਼ਾਦੀ 1947 ਦੇ ਵਿੱਚ ਹੋਈ ਹੈ, ਮਤਲਬ ਪਹਿਲਾ ਜਿਹੜਾ ਗਵਰਨਰ ਹੋਊਗਾ ਕੋਈ ਅੰਗਰੇਜ਼ ਬੰਦਾ ਹੋ ਸਕਦਾ ਨਾ, ਪੋਸੀਬਿਲਿਟੀ ਹੈਗੀ ਆ। ਤਾਂ ਔਸਬੋਰਨ ਸਮਿਥ ਨਾਮ ਤੋਂ ਹੀ ਲੱਗ ਰਿਹਾ ਵੀ ਕੋਈ ਅੰਗਰੇਜ਼ ਬੰਦਾ ਹੋਊਗਾ। ਲਿੰਕ ਦੱਸ ਰਹੀ ਹਾਂ, ਕੋਈ ਕਹਾਣੀ ਨਹੀਂ ਸੁਣਾ ਰਹੀ, ਕੋਈ ਹਿਸਟਰੀ ਨਹੀਂ ਸੁਣਾ ਰਹੀ, ਠੀਕ ਹੈ। ਲਿੰਕ ਦੱਸ ਰਹੀ ਯਾਦ ਕਰਨ ਦਾ। 49 ਮਤਲਬ ਆਪਣੀ ਆਜ਼ਾਦੀ ਹੋ ਚੁੱਕੀ ਹੈ, ਮਤਲਬ ਪਹਿਲਾ ਇੰਡੀਅਨ ਹੈ ਹੋਊਗਾ ਜਿਹੜਾ, ਉਹ ਤਾਂ ਆਪਣਾ ਇੰਡੀਅਨ ਬੰਦਾ ਹੀ ਹੋਊਗਾ। ਤਾਂ ਦੇਸ਼ਮੁਖ, CD ਦੇਸ਼ਮੁਖ, ਇੰਡੀਅਨ ਹੋਊਗਾ ਨਾ, ਦੇਸ਼ਮੁਖ। ਤਾਂ ਇੱਥੋਂ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ। ਅੱਛਾ, ਜੇ ਐਟ ਪ੍ਰੈਜ਼ੈਂਟ ਗਵਰਨਰ ਦੀ ਗੱਲ ਪੁੱਛ ਲੈਣ ਕਿ ਐਟ ਪ੍ਰੈਜ਼ੈਂਟ ਆਪਣੇ ਗਵਰਨਰ ਕੌਣ ਨੇ, ਉਹ ਹੈਗੇ ਨੇ ਸ਼ਕਤੀ ਕਾਂਤਾ ਦਾਸ, ਠੀਕ ਹੈ। ਯਾਦ ਰੱਖਣਾ ਕਿੰਨਵੇਂ ਗਵਰਨਰ ਨੇ ਇਹ? 25ਵੇਂ ਗਵਰਨਰ ਨੇ। ਜਿਹੜੇ ਸਾਰੇ ਨੋਟਸ ਹੁੰਦੇ ਨੇ ਉਹਨਾਂ ਤੇ RBI ਦੇ ਗਵਰਨਰ ਦੇ ਸਿਗਨੇਚਰ ਵੀ ਹੁੰਦੇ ਨੇ, ਕਦੇ ਨੋਟ ਕਰਕੇ ਦੇਖਿਓ ਇਹ ਚੀਜ਼, ਠੀਕ ਹੈ।
ਕਾਫੀ ਜਾਣਿਆਂ ਨੂੰ ਮੋਸਟਲੀ ਸਟੂਡੈਂਟਸ ਨੂੰ ਇਹ ਚੀਜ਼ ਪਤਾ ਹੋਗੀ, ਕਈ ਵਾਰੀ ਨਹੀਂ ਵੀ ਪਤਾ ਹੁੰਦੀ, ਤਾਂ ਕਦੇ ਧਿਆਨ ਦੇ ਕੇ ਦੇਖਿਓ, ਠੀਕ ਹੈ। ਤੇ ਇਹ ਹੋ ਗਈ ਆਰਬੀਆਈ ਤੋਂ ਆਪਣੀ ਬੇਸਿਕ ਇਨਫੋਰਮੇਸ਼ਨ। ਪਿਛਲੇ ਕੁਝ ਦਿਨਾਂ ਦੇ ਵਿੱਚ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਆਇਆ ਸੀਗਾ 4.0 ਤੇ 3.35, ਉਹ ਤੁਸੀਂ ਰਿਵਾਈਜ਼ ਕਰ ਲਿਓ ਇੱਥੋਂ, ਠੀਕ ਹੈ। ਰੈਪੋ ਰੇਟ ਇਹੀ ਨਿਊਜ਼ 'ਚ ਆਇਆ ਸੀਗਾ ਇਹ ਤੋਂ ਪਹਿਲਾਂ ਤਾਂ। ਚਲੋ ਜੀ ਨੈਕਸਟ 'ਤੇ ਚੱਲਦੇ ਹਾਂ ਆਪਾਂ। ਨੈਕਸਟ ਆਪਣੇ ਲਾਸਟ ਡੇ ਦੇ ਕੁਐਸਚਨਸ। ਇਹ 'ਤੇ ਜਾਣ ਤੋਂ ਪਹਿਲਾਂ ਆਪਾਂ ਬਰੀਫ ਦੇ ਵਿੱਚ ਆਪਾਂ ਇੱਕ ਵਾਰ ਸਾਰੀ ਨਿਊਜ਼ ਦੀ ਗੱਲ ਕਰਦੇ ਹਾਂ ਕਿ ਆਪਾਂ ਕੀ ਕੀਤਾ ਅੱਜ। ਹਾਂਜੀ, ਪਹਿਲੀ ਸਲਾਈਡ 'ਤੇ ਚੱਲਦੇ ਹਾਂ ਆਪਾਂ। ਇੰਪੋਰਟੈਂਟ ਡੇਜ਼ ਦੀ ਗੱਲ ਕੀਤੀ, ਦੈਟ ਇਜ਼ ਆਪਣਾ 23 ਸਤੰਬਰ ਨੂੰ ਕਿਹੜਾ ਡੇ ਹੈ ਜਿਹੜਾ ਮਨਾਇਆ ਜਾਂਦਾ, ਇੰਟਰਨੈਸ਼ਨਲ ਸਾਈਨ ਲੈਂਗੁਏਜ ਡੇ ਹੈ ਜਿਹੜਾ ਮਨਾਇਆ ਜਾਂਦਾ। ਯਾਦ ਰੱਖ ਲਿਓ ਤੁਸੀਂ ਸਾਰੇ ਦੇ ਸਾਰੇ ਡੇਜ਼, ਮੈਂ ਇਹਦੇ ਨਾਲ ਤੁਹਾਨੂੰ ਰਿਵਾਈਜ਼ ਕਰਾਤੇ, ਉਹ ਵੀ ਯਾਦ ਰੱਖਣੇ ਆ। ਪਾਸੈਕਸ ਨੈਵਲ ਐਕਸਰਸਾਈਜ਼ ਜਿਹੜੀ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਹੈਲਡ ਹੋਈ ਹੈ। ਅੱਛਾ, ਐਕਸਰਸਾਈਜ਼ ਤੋਂ ਕੁਛ ਯਾਦ ਆਇਆ, ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਨਾ ਤੁਹਾਨੂੰ ਇਕੱਲੀਆਂ ਐਕਸਰਸਾਈਜ਼ਸ ਰਿਵਾਈਜ਼ ਕਰਵਾਈਆਂ ਸੀਗੀਆਂ ਕਿ ਜਿਹੜੀਆਂ ਇੰਪੋਰਟੈਂਟ ਰਹਿੰਦੀਆਂ ਨੇਗੀਆਂ, ਅਤੇ ਕਾਫੀ ਸਾਰੀਆਂ ਸੀਗੀਆਂ ਜਿਹੜੀਆਂ ਤੁਹਾਨੂੰ ਮੈਂ ਯਾਦ ਕਰਵਾਈਆਂ ਸੀਗੀਆਂ, ਤਾਂ ਉਹ ਵੀ ਤੁਸੀਂ ਰਿਵਾਈਜ਼ ਕਰ ਲਿਓ, ਠੀਕ ਹੈ। ਚਲੋ ਕੁਛ ਕੁ ਇੰਪੋਰਟੈਂਟ ਹੈਗੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਫਟਾਫਟ ਬੋਲ ਕੇ ਇੱਕ ਵਾਰ ਦੱਸ ਦਿੰਦੀ ਹਾਂ, ਠੀਕ ਹੈ, ਤਾਂ ਕਿ ਤੁਹਾਡੀ ਰਿਵੀਜ਼ਨ ਹੋ ਜੇ। ਅੱਛਾ, ਸੂਰਿਆ ਕਿਰਨ ਨਾਮ ਦੀ ਇੱਕ ਐਕਸਰਸਾਈਜ਼ ਹੈ, ਇੱਕ ਮਿੰਟ ਵੇਟ, ਹਾਂਜੀ, ਸੂਰਿਆ ਕਿਰਨ ਨਾਮ ਦੀ ਨਾ ਇੱਕ ਐਕਸਰਸਾਈਜ਼ ਹੈ। ਸੂਰਿਆ ਕਿਰਨ ਕਿਹਦੇ ਵਿਚਾਲੇ ਹੁੰਦੀ ਹੈ, ਇੰਡੀਆ ਤੇ ਨੇਪਾਲ ਦੇ ਵਿਚਾਲੇ। ਇਹਦਾ ਲਿੰਕ ਕਿਵੇਂ ਯਾਦ ਰੱਖ ਸਕਦੇ ਹੋ, ਦੇਖੋ ਆਪਣਾ ਇੰਡੀਆ ਦਾ ਮੈਪ ਕੁਛ ਐਵੇਂ ਦਾ ਨਾ, ਨੇਪਾਲ ਇੱਥੇ ਜੇ ਨਾ, ਮਤਲਬ ਕਿ ਐਵੇਂ ਮੰਨ ਲਓ ਵੀ ਜਿਹੜੀ ਸੂਰਜ ਦੀ ਕਿਰਨ ਹੈ ਨੇਪਾਲ ਤੋਂ ਹੋ ਕੇ ਇੰਡੀਆ 'ਚ ਆਉਂਦੀ ਹੈ ਨਾ, ਤਾਂ ਇੰਡੀਆ ਤੇ ਨੇਪਾਲ ਦੇ ਵਿੱਚ ਹੁੰਦੀ ਹੈ ਸੂਰਿਆ ਕਿਰਨ, ਯਾਦ ਰੱਖਣੀ ਹੈ। ਪ੍ਰਬਲ ਦੋਸਤਕ, ਪ੍ਰਬਲ ਦੋਸਤਕ, ਪ੍ਰਬਲ ਦੋਸਤਕ ਨਾਮ ਦੀ ਜਿਹੜੀ ਐਕਸਰਸਾਈਜ਼ ਹੈ ਇੰਡੀਆ ਤੇ ਕਜ਼ਾਕਿਸਤਾਨ 'ਚ ਹੁੰਦੀ ਹੈ, ਇੰਡੀਆ ਤੇ ਕਜ਼ਾਕਿਸਤਾਨ, ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਯੁੱਧ ਅਭਿਆਸ ਨਾਮ ਦੀ ਹੈ ਜਿਹੜੀ ਇੰਡੀਆ ਤੇ ਯੂਐਸ ਦੇ ਵਿਚਾਲੇ ਹੁੰਦੀ ਹੈ, ਯੁੱਧ ਅਭਿਆਸ, ਯੁੱਧ ਅਭਿਆਸ, ਇਹ ਨਾਮ ਦੀ ਇੰਡੀਆ ਤੇ ਯੂਐਸ ਦੇ ਵਿਚਾਲੇ ਹੁੰਦੀ ਹੈ, ਇਹ ਵੀ ਯਾਦ ਰੱਖਣਾ। ਇੰਦਰਾ, ਇੰਦਰਾ, ਇੰਦਰਾ ਐਕਸਰਸਾਈਜ਼ ਹੈ ਜਿਹੜੀ ਇੰਡੀਆ ਤੇ ਰਸ਼ੀਆ ਦੇ ਵਿਚਾਲੇ ਹੁੰਦੀ ਹੈ। ਦੇਖੋ IN ਤੋਂ ਇੰਡੀਆ, IND ਤੋਂ ਇੰਡੀਆ ਬਣ ਗਿਆ, RA ਤੋਂ ਰਸ਼ੀਆ ਬਣ ਗਿਆ, ਇੰਡੀਆ ਤੇ ਰਸ਼ੀਆ ਦੇ ਵਿਚਾਲੇ ਹੁੰਦੀ ਹੈ। ਇੱਕ ਆ ਗਿਆ ਔਸ ਇੰਡ ਐਕਸ, ਮਤਲਬ ਕਿ ਆਸਟ੍ਰੇਲੀਆ ਤੇ ਇੰਡੀਆ ਦੀ ਐਕਸਰਸਾਈਜ਼। ਔਸ ਇੰਡੈਕਸ ਹੈ ਜਿਹੜੀ, ਇਹ ਵੀ ਇੰਡੀਆ ਤੇ ਆਸਟ੍ਰੇਲੀਆ ਦੇ ਵਿਚਾਲੇ ਹੁੰਦੀ ਹੈ। ਇੱਕ ਸਲੀਨੈਕਸ, ਸ਼੍ਰੀਲੰਕਾ ਇੰਡੀਆ ਐਕਸਰਸਾਈਜ਼, ਸ਼੍ਰੀਲੰਕਾ ਤੇ ਇੰਡੀਆ ਦੀ ਐਕਸਰਸਾਈਜ਼ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ ਆਪਾਂ ਹੋਰ ਕਰ ਲੈਂਦੇ ਹਾਂ ਐਕਸਰਸਾਈਜ਼, ਇੱਕ ਦੋ ਤੁਹਾਨੂੰ ਹੋਰ ਪੜ੍ਹਾ ਦਿੰਦੀ ਹਾਂ। ਅਜੇ ਵੈਰੀਅਰ, ਅਜੇ ਵੈਰੀਅਰ ਨਾਮ ਦੀ ਜਿਹੜੀ ਐਕਸਰਸਾਈਜ਼ ਹੈ ਨਾ, ਇਹ ਇੰਡੀਆ ਤੇ UK ਦੇ ਵਿਚਾਲੇ ਹੁੰਦੀ ਹੈ। ਬਲੂ ਫਲੈਗ ਨਾਮ ਦੀ ਹੈ ਜਿਹੜੀ ਇੰਡੀਆ ਤੇ ਇਜ਼ਰਾਈਲ ਦੇ ਵਿਚਾਲੇ ਹੁੰਦੀ ਹੈ, ਠੀਕ ਹੈ। ਇਹ ਇੰਪੋਰਟੈਂਟ ਐਕਸਰਸਾਈਜ਼ਸ ਨੇ ਕੁਛ ਕੁ, ਚਲੋ ਤੁਹਾਨੂੰ ਯਾਦ ਰਹਿ ਜਾਣਗੀਆਂ, ਹੁਣ ਇੱਕ ਵਾਰ ਦੱਸੇ ਤੋਂ ਨੋਟ ਕਰ ਲਿਓ ਇਹਨਾਂ ਨੂੰ, ਠੀਕ ਹੈ। ਨੈਸ਼ਨਲ ਨਿਊਜ਼ ਦੇ ਵਿੱਚ ਆਪਾਂ ਕੇਰਲਾ ਤੋਂ ਕੀਤਾ ਕਿ ਫਸਟ ਬਾਇਓਮੈਡੀਕਲ ਪਾਰਕ ਜਿਹੜਾ ਐਸਟੈਬਲਿਸ਼ ਹੋਣ ਜਾ ਰਿਹਾ, ਠੀਕ ਹੈ ਜੀ। ਨੈਕਸਟ ਆਪਾਂ ਪਾਰਟਨਰਸ਼ਿਪ ਕੀਤਾ, HDFC ਲਾਈਫ ਨੇ ਪਾਰਟਨਰ ਕਰਨਾ ਕੀਤਾ ਯੈਸ ਬੈਂਕ ਨਾਲ ਆਪਣੀ ਇੰਸ਼ੋਰੈਂਸ ਪੋਲਿਸੀਜ਼ ਵੇਚਣ ਦੇ ਲਈ। ਵਿਕਾਸ ਖੰਨਾ ਜਿਹੜੇ ਕਿ ਇੱਕ ਸ਼ੈਫ ਨੇ, ਆਪਣੀ ਬੁੱਕ ਇਹਨਾਂ ਦੀ ਆ ਰਹੀ ਹੈ ਕਿਚਨਸ ਆਫ ਗ੍ਰੈਟੀਟਿਊਡ, ਯਾਦ ਰੱਖਣਾ, ਠੀਕ ਹੈ। ਦੇਖੋ ਵਿਕਾਸ ਖੰਨਾ ਹੈ ਨਾ, ਮਤਲਬ ਕੀ ਹੈ ਇਹਨਾਂ ਦਾ ਸ਼ੈਫ ਨੇ, ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਸ਼ੈਫ ਭੋਜਨ ਬਣਾਉਂਦੇ ਨੇ ਲਾਈਕ ਇਹ, ਤਾਂ ਉਹਦੇ ਵਿੱਚ ਇਹ ਕਾਫੀ ਵਿਕਾਸ ਕਰ ਰਹੇ ਨੇ ਹੈ ਨਾ, ਅਤੇ ਤਾਂ ਹੀ ਕਰਕੇ ਇਹਨਾਂ ਨੂੰ ਅਵਾਰਡ ਵੀ ਮਿਲਿਆ, ਤਾਂ ਹੀ ਕਰਕੇ ਇਹਨਾਂ ਦੀ ਬੁੱਕ ਵੀ ਆ ਰਹੀ ਹੈ। ਤਾਂ ਕਿਚਨਸ ਤੋਂ ਤਾਂ ਤੁਹਾਨੂੰ ਯਾਦ ਰਹਿ ਜਾਊਗਾ ਕਿ ਕਿਸੇ ਸ਼ੈਫ ਦੀ ਬੁੱਕ ਹੋ ਸਕਦੀ ਹੈ, ਬਟ ਵਿਕਾਸ ਤੋਂ ਤੁਹਾਨੂੰ ਇਹ ਵੀ ਯਾਦ ਰਹਿ ਜਾਊਗਾ ਕਿ ਉਹ ਬੰਦਾ ਸ਼ੈਫ ਹੈ। ਤਾਂ ਵਿਕਾਸ ਖੰਨਾ ਸ਼ੈਫ ਹੈ ਜਿਹਦੀ ਬੁੱਕ ਕਿਹੜੀ ਆ ਰਹੀ ਹੈ, ਕਿਚਨਸ ਆਫ ਗ੍ਰੈਟੀਟਿਊਡ। ਲਿੰਕ ਐਵੇਂ ਬਣਾ ਕੇ ਯਾਦ ਕਰ ਲਿਆ ਕਰੋ, ਠੀਕ ਹੈ। ਰੋਮੀਲਾ ਥਾਪਰ, ਰੋਮੀਲਾ ਥਾਪਰ ਵੌਇਸਿਸ ਆਫ ਡਿਸੈਂਟ, ਯਾਦ ਰੱਖਣਾ, ਠੀਕ ਹੈ। ਤਾਂ ਥੋੜ੍ਹਾ ਜਿਹਾ ਲਿੰਕ ਕਰਾਵਾਂ ਇਹਦੇ ਨਾਲ, ਵੈਸੇ ਤਾਂ ਹੈਗਾ ਥੋੜ੍ਹਾ ਅਜੀਬ ਜਿਹਾ ਹੀ ਹੈ, ਪਰ ਤੁਹਾਨੂੰ ਯਾਦ ਰਹਿ ਜਾਊਗਾ। ਰੋਮੀਲਾ ਥਾਪਰ, ਥਾਪਰ ਲਾਈਕ ਥੱਪੜ ਤੋਂ ਤੁਸੀਂ ਯਾਦ ਕਰ ਲਓ ਕਿ ਉਹਦੀ ਵੌਇਸ ਹੈ ਜਿਹੜੀ ਡਿਸੈਂਟ ਜੀ ਹੋ ਗਈ ਜਦੋਂ ਉਹਦੇ ਹੈ ਨਾ, ਮਤਲਬ ਲਾਈਕ ਕਿਸੇ ਦੇ ਥੱਪੜ ਪਊਗਾ ਤਾਂ ਮਤਲਬ ਉਹਨੇ ਫਿਰ ਬੁੱਕ ਲਿਖਤੀ ਲਾਈਕ ਇੱਕ ਹੈ ਨਾ, ਕੁਛ ਐਵੇਂ ਦਾ ਬਣਾ ਲਿਆ ਕਰੋ ਲਿੰਕ, ਵੀ ਯਾਦ ਰਹਿ ਜੇ। ਦੇਖੋ ਆਪਾਂ ਤਾਂ ਪੰਜਾਬੀ ਬੰਦੇ ਆ ਸਿੱਧੇ ਸਾਧੇ, ਅਤੇ ਆਪਾਂ ਪੰਜਾਬੀ 'ਚ ਹੀ ਲਿੰਕ ਬਣਾਵਾਂਗੇ ਫਿਰ ਹੀ ਯਾਦ ਰਹੂਗਾ। ਕੋਈ ਵੀ ਚੀਜ਼ ਯਾਦ ਕਰਨ ਦਾ ਆਪਾਂ, ਚਾਹੇ ਉਹ ਪੋਲਿਟੀ ਹੋਵੇ, ਕਰੰਟ ਅਫੇਅਰਸ ਹੈ, ਹਿਸਟਰੀ ਹੈ, ਜਿਹੜੀ ਚੀਜ਼ ਤੁਹਾਨੂੰ ਟਫ ਲੱਗਦੀ ਹੈ ਨਾ, ਉਹਨੂੰ ਪੰਜਾਬੀ ਤਰੀਕੇ ਨਾਲ ਸੌਖਾ ਕਰ ਲਿਆ ਕਰੋ, ਆਪਦਾ ਸੌਖਾ ਲਿੰਕ ਬਣਾ ਲਓ। ਕਰੰਟ ਅਫੇਅਰਸ ਦੇ ਵਿੱਚ ਕੁਛ ਕੁ ਅਪੁਆਇੰਟਮੈਂਟਸ ਇਹੋ ਜਿਹੀਆਂ ਹੋਣਗੀਆਂ, ਕੁਛ ਕੁ ਹੈ ਨਾ ਸਪੋਰਟਸ ਪਰਸਨਸ ਦੇ ਨੇਮ ਇਹੋ ਜਿਹੇ ਹੋਣਗੇ ਜਿਹੜੇ ਆਪਾਂ ਨੂੰ ਯਾਦ ਰਹਿੰਦੇ ਹੀ ਨਹੀਂ, ਮਤਲਬ ਇੰਨੇ ਵੱਡੇ ਵੱਡੇ ਅਤੇ ਕੰਪਲੀਕੇਟਡ ਨੇਮ ਹੁੰਦੇ ਆ, ਤਾਂ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਤੋੜ ਮਰੋੜ ਕੇ ਆਪਣਾ ਪੰਜਾਬੀ 'ਚ ਕੱਢ ਲਿਆ ਕਰੋ, ਤਾਂ ਯਾਦ ਰਹਿ ਜਾਂਦਾ ਉੱਥੋਂ ਉਹ, ਠੀਕ ਹੈ। ਨੈਕਸਟ ਸਪੋਰਟਸ, ਸਪੋਰਟਸ ਦੇ ਵਿੱਚ ਆਪਾਂ ਕੀਤਾ ਐਸ਼ ਬਾਰਟੀ ਨੇ ਗੋਲਫ ਕਲੱਬ ਚੈਂਪੀਅਨਸ਼ਿਪ ਜਿਹੜੀ ਵਿਨ ਕੀਤੀ ਹੈ। ਅਪੁਆਇੰਟਮੈਂਟ ਆਪਾਂ 2 ਕੀਤੀਆਂ ਨੇ, ਦੋਨੇ ਯਾਦ ਰੱਖ ਲਿਓ ਤੁਸੀਂ। ਹਾਂਜੀ, ਲਾਸਟ ਡੇ ਦੇ ਕੁਐਸਚਨਸ ਦੀ ਜੇ ਮੈਂ ਗੱਲ ਕਰਾਂ, ਰੀਸੈਂਟਲੀ ਵੀਚੈਟ ਤੇ ਟਿਕਟੋਕ ਹੈ ਜਿਹੜਾ ਬੈਨ ਕਿਹੜੀ ਕੰਟਰੀ ਨੇ ਕੀਤਾ? ਜਾਪਾਨ, ਰਸ਼ੀਆ, ਇੰਡੀਆ, ਅਮਰੀਕਾ। ਤਾਂ ਤੁਹਾਨੂੰ ਬੈਟਰ ਪਤਾ ਅਮਰੀਕਾ ਨੇ ਕੀਤਾ ਹੈ ਨਾ, ਇਹਨਾਂ ਨੇ ਓਰੈਕਲ ਨਾਲ ਕੀਤਾ ਸੀ ਪਾਰਟਨਰ, ਬਟ ਅਮਰੀਕਾ ਨੇ ਬਿਆਨ ਦਿੱਤਾ ਸੀਗਾ ਕਿ 15 ਸਤੰਬਰ ਤੱਕ ਜੇ ਕਿਸੇ ਅਮਰੀਕਨ ਕੰਪਨੀ ਨੇ ਇਹਨੂੰ ਟੇਕ ਓਵਰ ਨਹੀਂ ਕੀਤਾ ਹੈਗਾ ਤਾਂ ਉਹ ਤੋਂ ਬਾਅਦ ਅਸੀਂ ਫਿਰ ਬੈਨ ਕਰ ਦਾਂਗੇ, ਬਟ ਉਹ ਟੇਕ ਓਵਰ ਨਹੀਂ ਕਰ ਪਾਏ ਤਾਂ ਬੈਨ ਉਹਨਾਂ ਨੇ ਕਰਤਾ, ਯਾਦ ਰੱਖਣਾ ਇਹ। ਵਿਚ ਕੰਟਰੀ ਟੌਪਸ ਇਨ ਗਲੋਬਲ ਸਮਾਰਟ ਵੇਟ ਗਲੋਬਲ ਸਮਾਰਟ ਸਿਟੀ ਇੰਡੈਕਸ 2020। ਹਾਂਜੀ, ਉਹ ਕਿਹੜੀ ਕੰਟਰੀ ਹੈ ਜਿਹਨੇ ਇਸ ਇੰਡੈਕਸ ਦੇ ਵਿੱਚ ਟੌਪ ਕੀਤਾ ਹੈ? ਹੈਲਸਿੰਕੀ, ਜ਼ਿਊਰਿਕ,
ਸਿੰਗਾਪੁਰ ਜਾਂ ਫਿਰ US, ਦੈਟ ਇਜ਼ ਆਪਸ਼ਨ ਨੰਬਰ ਸੀ ਸਿੰਗਾਪੁਰ। ਕੀ ਇਹਦਾ ਆਨਸਰ? ਸਿੰਗਾਪੁਰ ਯਾਦ ਰੱਖਣਾ ਹੈ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਹੈਲਸਿੰਕੀ ਹੈ, ਤੀਜੇ ਨੰਬਰ ਤੇ ਯੂਰਿਕ ਹੈ, ਇਹ ਵੀ ਯਾਦ ਰੱਖਣਾ ਹੈ। ਇੰਸਟੀਚਿਊਟ ਫॉर ਮੈਨੇਜਮੈਂਟ ਡਿਵੈਲਪਮੈਂਟ ਨੇ ਇਹਨੂੰ ਕੀ ਜਾਰੀ ਕੀਤਾ, ਮਤਲਬ IMD ਨੇ। ਇੰਡੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਹੈਦਰਾਬਾਦ ਹੈ, ਓਵਰਆਲ ਦੇ ਵਿੱਚੋਂ ਹੈਦਰਾਬਾਦ ਦਾ ਜਿਹੜਾ ਰੈਂਕ ਹੈ 85 ਹੈ। ਤਾਂ ਇਹ ਸਾਰੇ ਦੇ ਸਾਰੇ ਪੁਆਇੰਟ ਯਾਦ ਰੱਖ ਲੈਣੇ। ਇੱਕ ਸਟੂਡੈਂਟ ਨੇ 85 ਆਨਸਰ ਦਿੱਤਾ ਵੀ ਸੀ, ਵੈਰੀ ਗੁੱਡ ਉਹਦੇ ਲਈ, ਕਿ 85 ਹੈਦਰਾਬਾਦ ਹੈ, ਉਹ ਦੱਸਿਆ ਵੀ ਸੀਗਾ। ਠੀਕ ਹੈ, ਹਾਂਜੀ। ਕੁਐਸਚਨ ਆਫ ਦੀ ਡੇ ਦੀ ਗੱਲ ਕਰਦੇ ਹਾਂ। 14th ਗਲੋਬਲ ਆਯੁਰਵੇਦਾ ਸਮਿਟ ਰੀਸੈਂਟਲੀ ਇਨੈਗੋਰੇਟਡ ਬਾਈ, ਜਿਹੜੀ 14ਵੀਂ ਗਲੋਬਲ ਆਯੁਰਵੇਦਾ ਸਮਿਟ ਹੋਈ ਹੈ ਰੀਸੈਂਟਲੀ, ਉਹਨੂੰ ਇਨੈਗੋਰੇਟ ਕਿਹਨੇ ਕੀਤਾ? ਅਮਿਤ ਸ਼ਾਹ ਨੇ, ਨਰਿੰਦਰ ਮੋਦੀ ਜੀ ਨੇ, ਵੈਂਕਈਆ ਨਾਇਡੂ ਨੇ, ਜਾਂ ਫਿਰ ਨਨ ਆਫ ਦੀਸ। ਇਹਦਾ ਕਰੈਕਟ ਆਨਸਰ ਦੱਸ ਕੇ ਜਾਈਓ। ਠੀਕ ਹੈ ਜੀ। ਨੈਕਸਟ ਹੈ ਵਿਚ ਕੰਟਰੀ ਬਿਕਮਸ ਦੀ ਫਸਟ ਕੰਟਰੀ ਇਨ ਦੀ ਵਰਲਡ, ਦੁਨੀਆ ਦੀ ਕਿਹੜੀ ਪਹਿਲੀ ਕੰਟਰੀ ਬਣੀ ਹੈ ਟੂ ਇਸ਼ੂ ਸੋਵਰਨ ਬੌਂਡਸ, ਜਿਹਨੇ ਸੋਵਰਨ ਬੌਂਡਸ ਇਸ਼ੂ ਕੀਤੇ ਨੇ ਆਪਣੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਲਈ? US, ਇੰਡੀਆ, ਮੈਕਸੀਕੋ ਜਾਂ ਫਿਰ UK। ਤਾਂ ਇਹਦਾ ਕਰੈਕਟ ਆਨਸਰ ਦੱਸ ਕੇ ਜਾਣਾ ਤੁਸੀਂ। ਹਾਂਜੀ, ਇਹ CM ਆਫ ਦੀ ਸਟੇਟਸ ਹੈ। ਮੈਂ ਸਾਰੇ ਇੱਥੇ ਇੱਕ ਵਾਰੀ ਐਡ ਕਰਤੇ, ਤੁਹਾਡੀ ਕਨਵੀਨੀਅੰਸ ਲਈ ਯਾਦ ਕਰ ਲਿਓ। ਅੱਛਾ, ਇੱਥੇ ਅੱਜ ਮੈਂ ਸਟੈਟਿਕ ਦਾ ਕੋਈ ਪੋਰਸ਼ਨ ਐਡ ਨਹੀਂ ਕੀਤਾ। ਕਿਉਂ ਨਹੀਂ ਐਡ ਕੀਤਾ? ਕਿਉਂਕਿ ਮੈਂ ਤੁਹਾਡੇ ਤੋਂ ਸੁਜੈਸ਼ਨ ਲੈਣਾ ਚਾਹੁੰਦੀ ਸੀ। ਮੈਨੂੰ ਲੱਗਦਾ ਕਿ ਤੁਹਾਡੇ ਤੋਂ ਇੱਕ ਵਾਰ ਸੁਜੈਸ਼ਨ ਲੈ ਲੈਣੇ ਚਾਹੀਦੇ ਨੇ ਕਿ ਤੁਸੀਂ ਕੀ ਕਰਨ 'ਚ ਜ਼ਿਆਦਾ ਇੰਟਰਸਟਡ ਹੋ। ਠੀਕ ਹੈ, ਦੇਖੋ ਇਸ ਤੋਂ ਬਾਅਦ ਆਪਣੇ ਕੋਲ 2 ਚੋਇਸਿਸ ਨੇਗੀਆਂ। ਆਪਣੀਆਂ ਹੋਰ ਪਾਸੇ ਦੀਆਂ ਚੋਇਸਿਸ ਨਾ ਦਈਓ, ਮੈਂ ਜੋ ਪੁੱਛ ਰਹੀ ਹਾਂ ਉਹਦੇ ਵਿੱਚੋਂ ਸੁਜੈਸ਼ਨਸ ਦਈਓ। ਇੱਕ ਤਾਂ ਤੁਹਾਨੂੰ ਗਵਰਨਰ ਕਰਾ ਸਕਦੀ ਹਾਂ ਮੈਂ, ਠੀਕ ਹੈ। ਬਾਕੀ ਗੱਲ ਇਹ ਹੈ ਗਵਰਨਰਸ ਦੀ, ਕਿਉਂਕਿ ਆਪਾਂ ਡੇਲੀ ਦੇ ਨਿਊਜ਼ ਕਰਦੇ ਰਹਿੰਦੇ, ਕੋਈ ਨਾ ਕੋਈ ਸਟੇਟ ਆਉਂਦੀ ਰਹਿੰਦੀ ਹੈ। ਗਵਰਨਰ ਯਾਦ ਤੁਹਾਨੂੰ ਹੋ ਜਾਣਗੇ, ਅੱਧੇ ਤੋਂ ਵੱਧ ਤੁਹਾਨੂੰ ਯਾਦ ਹੋ ਵੀ ਗਏ ਹੋਣਗੇ। ਠੀਕ ਹੈ, ਅਤੇ ਇਸ ਤੋਂ ਇਲਾਵਾ ਆਪਣੇ ਕੋਲ ਆਪਸ਼ਨ ਹੋਰ ਹੈਗੀ ਹੈ। ਮੈਂ ਸੋਚ ਰਹੀ ਸੀਗੀ ਕਿ ਸਟੈਟਿਕ GK ਤੁਹਾਨੂੰ ਸ਼ੁਰੂ ਕਰਾ ਦਿੱਤੀ ਜਾਵੇ। ਸਟੈਟਿਕ GK ਇਨ ਦੀ ਸੈਂਸ ਕਿ ਆਪਣੇ ਇੰਡੀਆ ਦੇ ਫਸਟ ਮੈਨ ਹੈਗੇ ਨਾ, ਇੰਡੀਆ ਦੇ ਫਸਟ ਮੈਨ, ਫਸਟ ਵਿਮਨ, ਅਤੇ ਵਰਲਡ ਦੇ ਫਸਟ ਮੈਨ ਅਤੇ ਫਸਟ ਵਿਮਨ, ਉਹ ਚੀਜ਼ਾਂ ਹੈ ਨਾ। ਜਿਵੇਂ ਕ੍ਰੀਮੇਟੋਰੀਅਮ ਦਾ ਇੱਕ ਟੌਪਿਕ ਹੈਗਾ, ਪਾਰਲੀਮੈਂਟ ਕਿਹੜੇ ਦੇਸ਼ ਦੀ ਕਿਹਨੂੰ ਕਿਹਾ ਜਾਂਦਾ। ਠੀਕ ਹੈ, ਨੈਸ਼ਨਲ ਐਂਬਲਮ ਵਗੈਰਾ ਹੋ ਗਏ ਕੰਟਰੀਜ਼ ਦੇ। ਠੀਕ ਹੈ, ਉਹ ਪੂਰਾ ਪੋਰਸ਼ਨ ਹੈਗਾ ਕਿਸੇ ਵੀ ਬੁੱਕ, ਚਾਹੇ ਉਹ ਅਰੀਹੰਤ ਦੀ ਬੁੱਕ ਲਾ ਲਓ ਤੁਸੀਂ, ਲੂਸ਼ੈਂਟ ਦੀ ਲਾ ਲਓ, ਉਹ ਪ੍ਰੋਪਰ ਉਹ ਮਟੀਰੀਅਲ ਹੈ ਸਟੈਟਿਕ GK ਦਾ ਅਲੱਗ ਤੋਂ। ਮੈਂ ਸੋਚ ਰਹੀ ਸੀ ਕਿ ਉਹ ਸ਼ੁਰੂ ਕਰਵਾ ਦਿੱਤਾ ਜਾਵੇ, ਤੁਹਾਨੂੰ ਹੌਲੀ ਹੌਲੀ ਕਰਕੇ ਤੁਹਾਡਾ ਕਵਰ ਹੋ ਜੇ। ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਜੈਸ਼ਨਸ ਦੇ ਦਿਓ ਕਿ ਨੈਕਸਟ ਗਵਰਨਰ ਕਰਾ ਦਾਂ, ਜਾਂ ਗਵਰਨਰ ਤਾਂ ਵੈਸੇ ਨਾਲ ਹੁੰਦੇ ਰਹਿਣਗੇ, ਐਡਾ ਇਸ਼ੂ ਨਹੀਂ ਹੈਗਾ, ਕਿਉਂਕਿ ਅੱਧੇ ਤੋਂ ਵੱਧ ਤੁਹਾਡੇ ਕਵਰ ਹੋ ਚੁੱਕੇ ਆ। ਇੱਕ ਥੋੜੇ ਬਹੁਤ ਰਹਿੰਦੇ ਹੋਣਗੇ, ਉਹ ਸਟੇਟਾਂ ਦੇ ਨਾਲ ਕਰ ਲਿਓ। CM ਤੇ ਹਾਈ ਕੋਰਟ ਦੇ ਚੀਫ ਜਸਟਿਸ ਮੈਂ ਕੰਪਲੀਟ ਕਰਾਤੇ ਹੈ। ਗਵਰਨਰ ਕਈ ਵਾਰ ਚੇਂਜ ਵੀ ਹੁੰਦੇ ਰਹਿੰਦੇ ਨੇ, ਤਾਂ ਕਰਕੇ ਮੈਂ ਕਹਿੰਦੀ ਨਾਲ ਹੀ ਕਰ ਲਿਓ ਤੁਸੀਂ। ਠੀਕ ਹੈ, ਸਟੈਟਿਕ GK ਸੋਚ ਰਹੀ ਸੀ ਮੈਂ ਸ਼ੁਰੂ ਕਰਵਾ ਦਾਂ ਤੁਹਾਨੂੰ ਅਰੀਹੰਤ ਫੋਲੋ ਕਰਾ ਕੇ, ਤੇ ਜਾਂ ਕੋਈ ਵੀ ਬੁੱਕ ਜੋ ਵੀ ਮੈਨੂੰ ਠੀਕ ਲੱਗੇ। ਤਾਂ ਤੁਸੀਂ ਆਪਣਾ ਸੁਜੈਸ਼ਨ ਦੇ ਸਕਦੇ ਹੋ, ਜਿਹਦਾ ਮੈਨੂੰ ਵਧੀਆ ਲੱਗਿਆ ਆਪਾਂ ਫੋਲੋ ਜ਼ਰੂਰ ਕਰਾਂਗੇ। ਠੀਕ ਹੈ, ਨਹੀਂ ਫਿਰ ਮੈਂ ਆਪਣੇ ਹਿਸਾਬ ਨਾਲ ਹੀ ਕਰਾ ਦੂੰਗੀ। ਸੁਜੈਸ਼ਨ ਜ਼ਰੂਰ ਦੇ ਕੇ ਜਾਈਓ ਆਪਣੇ। ਠੀਕ ਹੈ ਜੀ। ਹਾਂਜੀ, ਅਨਅਕੈਡਮੀ ਦੇ ਲਾਈਵ ਕਲਾਸਿਸ ਹੁੰਦੀਆਂ ਫਨਕਾਰ ਸਰ ਦੀਆਂ, ਐਜ਼ ਯੂ ਆਲਰੇਡੀ ਨੋ ਦੈਟ। ਤਾਂ ਉਹਨਾਂ ਕਲਾਸਿਸ ਨੂੰ ਜ਼ਰੂਰ ਜੁਆਇਨ ਕਰਨਾ, ਬਹੁਤ ਬੈਟਰ ਵੇ ਨਾਲ ਸਰ ਪੜ੍ਹਾਉਂਦੇ ਹਨ। ਉਹਨਾਂ ਦਾ ਮੈਥਡ ਜੋ ਪੜ੍ਹਾਉਣ ਬਹੁਤ ਜ਼ਿਆਦਾ ਵਧੀਆ ਹੈ। ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਹੈ, ਤੁਸੀਂ ਸਮਝਣਾ ਹੈ, ਉਹਨਾਂ ਵੀਡੀਓਜ਼ ਨੂੰ ਫੋਲੋ ਕਰਨਾ ਹੈ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ, ਟੈਲੀਗ੍ਰਾਮ ਗਰੁੱਪ ਹੈ, WhatsApp ਗਰੁੱਪ ਹੈ, ਉਹਨਾਂ ਗਰੁੱਪਸ ਨੂੰ ਜੁਆਇਨ ਕਰ ਲਓ ਤੁਸੀਂ। ਅਤੇ ਸਕਰੀਨ ਦੇ ਉੱਤੇ ਤੁਹਾਡਾ ਨੰਬਰ ਫਲੈਸ਼ ਹੋ ਰਿਹਾ ਸਰ ਦਾ, ਇਹਦੇ ਉੱਤੇ ਤੁਸੀਂ ਆਪਣੇ ਡਾਊਟ ਵਗੈਰਾ ਕਲੀਅਰ ਕਰ ਸਕਦੇ ਹੋ। ਕੋਈ ਸੰਪਰਕ ਕਰਨਾ ਇਹਦੇ 'ਤੇ ਕਰ ਸਕਦੇ ਹੋ ਤੁਸੀਂ। ਠੀਕ ਹੈ, WhatsApp ਕਰ ਲਿਓ, ਕਾਲ ਨਹੀਂ ਲੱਗਣੀ ਇਹਦੇ 'ਤੇ। ਠੀਕ ਹੈ ਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਹੋਪ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਤਾਂ ਮੈਕਸੀਮਮ ਪਰਸਨਸ ਤੱਕ, ਮੈਕਸੀਮਮ ਸਟੂਡੈਂਟਸ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ। ਮੇਰਾ ਐਫਰਟ ਇੰਨਾ ਕੁ ਸ਼ੇਅਰ ਕਰ ਦਿਆ ਕਰੋ, ਥੋੜ੍ਹਾ ਮੁੱਲ ਪਵਾ ਦਿਆ ਕਰੋ। ਠੀਕ ਹੈ, ਇੰਨੀ ਮਿਹਨਤ ਕੀਤੇ ਦਾ। ਤਾਂ ਬਸ ਇਹੀ ਕਹਿਣਾ ਸੀ ਤੁਹਾਨੂੰ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਵੀਡੀਓ।